ਹੈਲੋ एवरीवन। ਅੱਜ ਅਸੀਂ ਬਰਨਿੰਗ ਇਸ਼ੂਜ਼ ਦੇ ਲੈਕਚਰ ਸਟਾਰਟ ਕਰਨ ਜਾ ਰਹੇ ਹਾਂ। ਦੇਖੋ, ਬਰਨਿੰਗ ਇਸ਼ੂਜ਼ ਮਤਲਬ ਜੇ ਮੈਂ ਤੁਹਾਡੇ ਸਾਹਮਣੇ ਗੱਲ ਕਰਾਂ ਤਾਂ ਕਰੰਟ ਅਫੇਅਰਸ ਜਿਹੜੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹੋ ਉਹ ਜ਼ਿਆਦਾ ਸਟੈਟਿਕ ਪਾਰਟ ਹੁੰਦਾ ਹੈ। ਸਟੈਟਿਕ ਪਾਰਟ ਮਤਲਬ ਕਿ ਇਸ ਆਰਗੇਨਾਈਜੇਸ਼ਨ ਦੇ ਇਹ ਚੀਫ ਬਣਨਗੇ, ਇਹਨਾਂ ਦੇ ਇਹ ਰਿਜ਼ਾਈਨ ਕਰਨਗੇ, ਅੱਜ ਰੈਪੋ ਰੇਟ ਇੰਨਾ ਹੈ ਡਨ, ਅਤੇ ਅੱਜ RBI ਦੀ ਪਾਲਿਸੀ ਆਈ ਹੈ। ਇਹ ਇੱਕ ਨੋਰਮਲ ਕਰੰਟ ਅਫੇਅਰਸ ਹੋ ਗਏ ਡਨ। ਇਹਨਾਂ ਨੂੰ ਅਸੀਂ ਆਪਾਂ ਨੋਰਮਲ ਜਿਹੜੇ ਐਗਜ਼ਾਮਸ ਹੁੰਦੇ ਆਪਣੇ ਗਰੁੱਪ ਸੈਕਿੰਡ, ਗਰੁੱਪ ਥਰਡ, ਗਰੁੱਪ ਫੋਰਥ ਦੇ ਐਗਜ਼ਾਮ ਹੁੰਦੇ ਆ, ਉਹਨਾਂ 'ਚ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ ਡਨ। ਜੋ ਸਟੇਟ ਐਗਜ਼ਾਮਸ ਹੋ ਸਕਦੇ ਆ, ਜਿਵੇਂ PCS ਦੇ ਸਟੇਟ ਐਗਜ਼ਾਮਸ ਹੁੰਦੇ ਆ, UPSC ਦੇ ਐਗਜ਼ਾਮਸ ਹੁੰਦੇ ਆ, ਇਹਨਾਂ ਐਗਜ਼ਾਮ ਵਿੱਚ ਆਪਾਂ ਨੂੰ ਡਿਟੇਲ ਵਿੱਚ, ਡੈਪਥ ਵਿੱਚ ਆਪਾਂ ਨੂੰ ਕੰਮ ਕਰਨਾ ਪੈਂਦਾ, ਯਾਨੀ ਕਿਸੇ ਵੀ ਇਸ਼ੂ ਉੱਪਰ। ਜੋ ਮੈਂ ਅੱਜ ਤੁਹਾਡੇ ਸਾਹਮਣੇ ਕੁਛ ਰੱਖਾਂਗਾ, ਤੁਹਾਡੇ ਸਾਹਮਣੇ ਜਿਹੜੇ ਬਰਨਿੰਗ ਇਸ਼ੂਜ਼ ਹੈ ਉਹ ਤੁਹਾਡੇ ਸਾਹਮਣੇ ਰੱਖਾਂਗਾ, ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰ੍ਹਾਂ ਪੁੱਛਿਆ ਜਾ ਸਕਦਾ ਕਿ ਇੱਕ ਇਸ਼ੂ ਵਿੱਚੋਂ ਆਪਾਂ ਕੀ ਨਿਕਾਲ ਕੇ ਸਾਹਮਣੇ ਲਿਆ ਸਕਦੇ ਹਾਂ। ਓਕੇ, ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੇ ਬਰਨਿੰਗ ਇਸ਼ੂਜ਼ ਹੈ, ਕਰੰਟ ਇਸ਼ੂਜ਼ ਹੈ, ਇਹ ਜ਼ਿਆਦਾਤਰ ਕਿਹਨਾਂ ਲਈ ਰੈਲੀਵੈਂਟ ਹੈ? ਜੋ PCS ਦੀ ਤਿਆਰੀ ਕਰ ਰਹੇ ਨੇ, ਜੋ UPSC ਦੀ ਤਿਆਰੀ ਕਰ ਰਹੇ ਨੇ। ਓਕੇ, ਜੋ ਇਹਨਾਂ ਦੀ ਤਿਆਰੀ ਕਰ ਰਹੇ ਨੇ ਨਾ, ਉਹਨਾਂ ਲਈ ਜ਼ਿਆਦਾ ਰੈਲੀਵੈਂਟ ਹੈ। ਉਸ ਤੋਂ ਇਲਾਵਾ ਜੇ ਤੁਸੀਂ ਨੌਲੇਜ ਲੈਣਾ ਚਾਹੁੰਦੇ ਹੋ ਨੋਰਮਲ, ਕਿ ਹਾਂ ਤੁਹਾਨੂੰ ਨੌਲੇਜ ਹੋਵੇ ਹਰ ਇੱਕ ਚੀਜ਼ ਦੀ ਡਨ, ਉਸ ਲਈ ਤੁਸੀਂ ਇਹ ਦੇਖ ਸਕਦੇ ਹੋ। ਐਸੀ ਗੱਲ ਨਹੀਂ ਹੈ ਕਿ ਇਕੱਲੇ ਲੈਕਚਰਸ ਮੈਂ ਤੁਹਾਨੂੰ ਜੇ ਕਿਹਾ ਕਿ PCS ਲਈ ਹੈ। ਮੈਂ ਇਹ ਜ਼ਿਆਦਾ ਸਪੈਸੀਫਾਈ ਇਸ ਕਰਕੇ ਕੀਤਾ ਕਿ ਬੱਚਿਆਂ ਨੂੰ ਜੇ ਸਪੋਜ਼ ਕਰੋ ਕੋਈ PCS ਦੀ ਤਿਆਰੀ ਕਰ ਰਿਹਾ, ਉਸ ਨੂੰ ਬਰਨਿੰਗ ਇਸ਼ੂਜ਼ ਚਾਹੀਦੇ ਨੇ, ਤਾਂ ਮੈਂ ਉਹਨਾਂ ਲਈ ਪਹਿਲੇ ਡਿਫਾਈਨ ਕਰਤਾ ਕਿ ਇਹ ਲੈਕਚਰ ਉਹਨਾਂ ਲਈ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਬਾਕੀਆਂ ਲਈ ਨਹੀਂ ਹੈ, ਬਾਕੀਆਂ ਲਈ ਹੈ, ਬਟ ਉਹਨਾਂ ਲਈ ਇਹ ਸਪੈਸ਼ਲਾਈਜ਼ ਹੀ ਲੈਕਚਰਸ ਬਣਾਏ ਜਾ ਰਹੇ ਨੇ ਜੋ ਆਪਾਂ ਡੈਪਥ 'ਚ ਗੱਲਾਂ ਕਰਾਂਗੇ। ਬਾਕੀ ਜਿਹੜੇ ਸਟੂਡੈਂਟਸ ਨੇ ਉਹ ਨੌਲੇਜ ਲੈਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦਾ ਨੌਲੇਜ ਲੈਣ, ਉਹਨਾਂ ਨੂੰ ਅੱਛਾ ਲੱਗਦਾ ਨੌਲੇਜ ਲੈਣੀ ਡਨ। ਉਹ ਮਤਲਬ ਕਿ ਉਹਨਾਂ ਦੀ ਇੱਕ ਹੈਬਿਟ ਹੈ ਕਿ ਤੁਸੀਂ ਕਹਿ ਲਓ ਕਿ ਉਹਨਾਂ ਨੂੰ ਨੌਲੇਜ ਲੈਣੀ ਹੈ, ਹਰੇਕ ਚੀਜ਼ 'ਚੋਂ ਇੱਕ ਨੌਲੇਜ ਲੈਣੀ ਜ਼ਰੂਰੀ ਹੈ। ਕੋਈ ਵੀ ਹੈ, ਕਿਸੇ ਵੀ ਏਜ ਦਾ ਪਰਸਨ ਹੈ, ਉਹਨਾਂ ਸਾਰਿਆਂ ਲਈ ਹੈ ਵੀਡੀਓ। ਐਸੀ ਗੱਲ ਨਹੀਂ ਕਿ ਇਕੱਲੇ ਸਟੂਡੈਂਟਸ ਲਈ ਹੈ। ਕੋਈ ਓਲਡ ਏਜ ਦਾ ਉਹ ਵੀ, ਜਿਵੇਂ ਸਪੋਜ਼ ਕੋਈ ਨਿਊਜ਼ ਦੇਖਦੇ ਆ, ਤੁਸੀਂ ਅੱਜ ਕੱਲ੍ਹ ਨਿਊਜ਼ ਦੇਖੀ ਹੋਣੀ ਹੈ, ਅਤੇ ਤੁਸੀਂ ਨਿਊਜ਼ ਦੇਖ ਰਹੇ ਹੋ ਤਾਂ ਦੇਖਿਆ ਹੋਣਾ ਕਿ ਕੰਟੈਂਟ ਕਿੰਨਾ ਕੁ ਹੈ ਉੱਥੇ। ਵੱਧ ਤੋਂ ਵੱਧ 3-4 ਕੰਟੈਂਟ ਹੈ, ਉਸ ਨੂੰ ਰਿਪੀਟ ਮੋਡ 'ਚ ਦਿਖਾਉਂਦੇ ਰਹਿੰਦੇ ਆ ਕਿਸੇ ਵੀ ਚੀਜ਼ ਨੂੰ ਲੈ ਕੇ। ਤਾਂ ਕੰਟੈਂਟ ਤਾਂ ਨਹੀਂ ਹੈ ਸਹੀ ਤਰੀਕੇ ਨਾਲ, ਤੁਹਾਨੂੰ ਨਿਊਜ਼ ਤਾਂ ਨਹੀਂ ਪਹੁੰਚਾਈ ਜਾ ਰਹੀ ਡਨ। ਤਾਂ ਮੈਂ ਇਸ ਨੂੰ 360 ਡਿਗਰੀ ਲੈ ਕੇ ਚੱਲ ਰਿਹਾ ਕਿ ਇਹ ਸਾਰੇ ਬੰਦਿਆਂ ਲਈ ਹੈ। ਓਕੇ, ਭਾਵੇਂ ਉਹ ਓਲਡ ਏਜ ਪਰਸਨ ਹੈ, ਉਹ ਇੱਕ ਜੇ ਉਹ ਨਿਊਜ਼ਪੇਪਰ ਨਹੀਂ ਦੇਖਣਾ ਚਾਹੁੰਦਾ ਜਾਂ ਉਹ ਕੋਈ TV 'ਤੇ ਨਿਊਜ਼ ਚੈਨਲ 'ਤੇ ਨਿਊਜ਼ ਨਹੀਂ ਦੇਖਣਾ ਚਾਹੁੰਦਾ, ਉਹ ਦੇਖ ਸਕਦਾ, ਮੇਰੇ ਲੈਕਚਰ ਦੀ ਸੀਰੀਜ਼ ਦੇਖ ਸਕਦਾ। ਉਸ ਤੋਂ ਇਲਾਵਾ ਜੇ ਕੋਈ ਸਟੂਡੈਂਟ ਹੈ ਨੋਰਮਲ, ਉਸਨੂੰ ਨੌਲੇਜ ਲੈਣਾ ਚਾਹੁੰਦਾ ਹੈ ਡਨ, 9th ਸਟੈਂਡਰਡ 'ਚ, 10th ਸਟੈਂਡਰਡ 'ਚ, 11 12 ਸਟੈਂਡਰਡ 'ਚ, ਉਹ ਨੌਲੇਜ ਲੈਣਾ ਚਾਹੁੰਦਾ ਹੈ, ਆਪਣੇ ਇੰਡੀਆ ਬਾਰੇ ਨੌਲੇਜ ਲੈਣਾ ਚਾਹੁੰਦਾ ਕਿ ਡੇ ਟੂ ਡੇ ਕੀ ਹੋ ਰਿਹਾ, ਉਹ ਮੇਰੇ ਲੈਕਚਰਸ ਤੋਂ ਹੈਲਪ ਲੈ ਸਕਦਾ ਹੈ। ਉਸ ਤੋਂ ਇਲਾਵਾ ਜਿਹੜੇ ਬੱਚੇ PCS 'ਤੇ ਹੈ ਉਹਨਾਂ ਲਈ ਤਾਂ ਹੈ ਹੀ ਹੈ, PCS ਦੇ UPSC ਲਈ ਡਨ। ਸੋ ਸ਼ੁਰੂਆਤ ਕਰਦੇ ਹਾਂ। ਤਾਂ ਇਹਨਾਂ 'ਚ ਮੈਂ ਇਹ ਦੱਸਣਾ ਚਾਹਾਂਗਾ, ਮੰਨ ਲਓ ਮੈਂ ਕਿਸੇ ਇਸ਼ੂਸ ਉੱਪਰ ਮੈਂ ਗੱਲ ਕਰ ਰਿਹਾ, ਤਾਂ ਤੁਸੀਂ ਹਮੇਸ਼ਾ ਆਪਣੇ ਦਿਮਾਗ 'ਚ ਇਹ ਲੈ ਕੇ ਚੱਲਣਾ ਹੈ ਕਿ ਮੈਂ ਕੋਈ ਇੱਕ ਪਰਸਨ ਬਾਇਸ ਨਹੀਂ ਹੋਵਾਂਗਾ। ਮੰਨ ਲਓ ਜੇ ਮੈਂ ਮੁਸਲਿਮਸ ਉੱਪਰ ਗੱਲ ਕਰ ਰਿਹਾ, ਮੁਸਲਿਮ ਦਾ ਕੋਈ ਇਸ਼ੂਸ ਹੈ, ਉਸਦੀ ਮੈਂ ਹਿਸਟਰੀ ਬਾਰੇ ਗੱਲ ਕਰਾਂ ਡਨ, ਉਹਨਾਂ ਦੇ ਫੈਕਟਸ ਬਾਰੇ ਗੱਲ ਕਰਾਂ, ਉਹਨਾਂ ਨਾਲ ਕੀ ਹੋਇਆ, ਕਿਵੇਂ ਹੋਇਆ, ਉਹਨਾਂ ਬਾਰੇ ਗੱਲ ਕਰਾਂ, ਜਾਂ ਕਦੀ ਮੈਂ ਹਿੰਦੂਆਂ ਬਾਰੇ ਜਾਂ ਮੈਂ ਸਿੱਖਾਂ ਬਾਰੇ ਜਾਂ ਕਿਸੇ ਬਾਰੇ ਵੀ ਕੋਈ ਐਸਾ ਇਸ਼ੂ ਜੋ ਨੋਰਮਲੀ ਚੱਲ ਰਿਹਾ ਡਨ, ਵੀ ਕੋਈ ਮੁਸਲਿਮ ਰਾਈਟਸ ਹੋਇਆ ਜਾਂ ਕੁਛ ਵੀ ਹੋਇਆ, ਜੇ ਉਸ ਵਿੱਚ ਮੈंने ਐਜੂਕੇਸ਼ਨ ਦੇ ਉੱਪਰ, ਐਜੂਕੇਸ਼ਨ ਮੇਰਾ ਟੌਪਿਕ ਹੈ ਡਨ, ਯਾਨੀ ਕਿ ਮੈਂ ਐਜੂਕੇਸ਼ਨ ਨੂੰ ਮੈਂ ਇੱਕ ਸਬਜੈਕਟ ਮੰਨ ਕੇ ਚੱਲ ਰਿਹਾ ਕਿ ਹਾਂ ਮੈंने ਇਸ ਰਾਈਟ ਵਿੱਚੋਂ ਮੈंने ਇਹ ਚੀਜ਼ ਨਿਕਾਲ ਕੇ ਸਾਹਮਣੇ ਲਿਆਉਣੀ ਹੈ ਜੋ ਮੇਰੇ ਐਜੂਕੇਸ਼ਨ ਲਈ ਇੰਪੋਰਟੈਂਟ ਹੈ, ਜੋ ਮੇਰੇ ਐਗਜ਼ਾਮਸ ਲਈ ਇੰਪੋਰਟੈਂਟ ਹੈ। ਤਾਂ ਹਮੇਸ਼ਾ ਮੈਂ ਬੈਲੈਂਸ ਲਈ ਲੈ ਕੇ ਚੱਲਾਂਗਾ, ਕਿਉਂਕਿ ਮੇਰਾ ਨਜ਼ਰੀਆ ਕਿਸੇ ਨੂੰ ਐਸਾ ਨਹੀਂ ਹੈ ਕਿ ਇਹ ਬੰਦੇ ਠੀਕ ਹੈ, ਇਹ ਠੀਕ ਨਹੀਂ ਹੈ। ਤਾਂ ਮੈਂ ਤੁਹਾਨੂੰ ਪਹਿਲੀ ਕਲੈਰਿਟੀ ਦੇ ਰਿਹਾ ਕਿ ਬਾਅਦ ਤੁਸੀਂ ਕਮੈਂਟ ਸੈਕਸ਼ਨ ਵਿੱਚ ਤੁਸੀਂ ਲਿਖਣਾ ਸ਼ੁਰੂ ਕਰ ਦਿਓ ਡਨ। ਓਕੇ, ਸੋ ਸ਼ੁਰੂਆਤ ਕਰਦੇ ਹਾਂ। ਦੇਖੋ, ਬਰਨਿੰਗ ਇਸ਼ੂਜ਼ ਆਪਾਂ ਕਰੰਟ ਇਸ਼ੂ ਸ਼ੁਰੂਆਤ ਕਰਨ ਲੱਗੇ ਹਾਂ। ਪਹਿਲਾ ਹੀ ਜਿਹੜਾ ਆਪਣਾ ਟੌਪਿਕ ਹੈ ਉਹ ਹੈਗਾ ਇੰਡੀਪੈਂਡੈਂਸ ਡੇ ਸਪੀਚ। ਜੇ ਤੁਸੀਂ ਪ੍ਰਧਾਨ ਮੰਤਰੀ ਸਪੀਚ ਸੁਣੀ ਹੋਣੀ ਡਨ, ਜੇ ਨਹੀਂ ਸੁਣੀ ਤਾਂ ਅਸੀਂ ਉਸ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਨੇ ਕਿੰਨਾ ਚੀਜ਼ਾਂ ਉੱਪਰ ਜ਼ਿਆਦਾ ਧਿਆਨ ਦਿੱਤਾ। ਕੁਝ ਟੌਪਿਕਸ ਹੈ ਜਿਨ੍ਹਾਂ ਉੱਪਰ ਉਹਨਾਂ ਨੇ ਗੱਲ ਕੀਤੀ ਹੈ, ਖੁੱਲ੍ਹ ਕੇ ਗੱਲ ਕੀਤੀ ਹੈ ਡਨ। ਕਈ ਵਾਰੀ ਆਪਾਂ ਨਹੀਂ ਸੁਣਦੇ ਸਪੀਚ, ਆਪਾਂ ਕਹਿੰਦੇ ਯਾਰ ਕਿੰਨੀ ਬੋਰਿੰਗ ਸਪੀਚ ਹੈ। ਜੇ ਤੁਹਾਨੂੰ ਉਸ 'ਚੋਂ ਕੋਈ ਡੈਪਥ 'ਚ ਡਿਟੇਲਿੰਗ ਦੇਣ ਵਾਲਾ ਮਿਲ ਜੇ, ਤੁਹਾਨੂੰ ਉਹ ਬੋਰਿੰਗ ਨਹੀਂ ਲੱਗੇਗੀ, ਤੁਹਾਨੂੰ ਇੰਟਰਸਟਿਡ ਲੱਗੇਗੀ। ਓਕੇ, ਸਭ ਤੋਂ ਪਹਿਲੀ ਗੱਲ ਆਉਂਦੀ ਹੈ ਆਤਮ ਨਿਰਭਰ ਇੰਡੀਆ ਦੀ। ਪ੍ਰਧਾਨ ਮੰਤਰੀ ਨੇ ਇਸ ਉੱਪਰ ਗੱਲ ਕੀਤੀ, ਆਤਮ ਨਿਰਭਰ ਭਾਰਤ ਬਾਰੇ ਗੱਲ ਕੀਤੀ ਹੈ। ਇਹ ਹੁਣ ਤੋਂ ਨਹੀਂ ਗੱਲ ਹੋ ਰਹੀ ਕੋਈ ਆਪਾਂ ਆਤਮ ਨਿਰਭਰ ਦੀ ਗੱਲ ਕਰ ਰਹੇ ਹਾਂ ਕਿ ਚਲੋ ਕੋਵਿਡ ਆਇਆ ਤਾਂ ਆਪਾਂ ਆਤਮ ਨਿਰਭਰ ਦੀ ਗੱਲ ਕਰ ਰਹੇ ਹਾਂ, ਨਹੀਂ।
ਜਦੋਂ ਜਦੋਂ ਦਾ ਭਾਰਤ ਆਜ਼ਾਦ ਹੋਇਆ ਉਸ ਵਕਤ ਤੋਂ ਹੀ ਆਪਾਂ ਇੰਡੀਆ ਜਿਹੜਾ ਆਤਮ ਨਿਰਭਰ ਬਣਨਾ ਚਾਹੁੰਦਾ ਸੀ। ਜੋ ਸਾਡੇ ਪਹਿਲੇ ਪ੍ਰਧਾਨ ਮੰਤਰੀ ਸੀ ਪੰਡਿਤ ਜਵਾਹਰ ਲਾਲ ਨਹਿਰੂ, ਉਹ ਵੀ ਚਾਹੁੰਦੇ ਸੀ। ਡਨ, ਉਹਨਾਂ ਦੀ ਵੀ ਇਹੀ ਡਿਮਾਂਡ ਸੀ। ਬਟ ਉਹ ਅਲੱਗ ਗੱਲ ਹੈ ਕਿ ਹੌਲੀ ਹੌਲੀ ਜੋ ਟਾਈਮ ਚੱਲਦਾ ਗਿਆ, ਮਤਲਬ ਕਿ ਸਹੀ ਤਰੀਕੇ ਨਾਲ ਉਹ ਚੀਜ਼ਾਂ ਨਹੀਂ ਡਿਵੈਲਪ ਹੋ ਪਾਈਆਂ। ਉਹ ਪਾਲਿਸੀਜ਼ ਜੋ ਇੱਕ ਸੋਸ਼ਲਿਜ਼ਮ ਵੱਲ ਜਾਂਦੀਆਂ ਸੀ ਉਹ ਸਹੀ ਤਰੀਕੇ ਨਾਲ ਡਿਵੈਲਪ ਨਹੀਂ ਹੋ ਪਾਈਆਂ, ਤਾਂ ਕਰਕੇ ਸਾਨੂੰ ਮਿਕਸਡ ਇਕੋਨਮੀ 'ਚ ਆਉਣਾ ਪਿਆ, ਜਿਸ ਵਿੱਚ ਪ੍ਰਾਈਵੇਟ ਸੈਕਟਰ ਵੀ ਹੈ, ਪਬਲਿਕ ਸੈਕਟਰ ਵੀ ਹੈ। ਜੋ ਆਪਾਂ ਗੱਲ ਕਰਦੇ ਹਾਂ LPG ਰਿਫੋਰਮਸ ਤੋਂ ਬਾਅਦ। ਵੈਸੇ ਜੇ ਮੈਂ ਗੱਲ ਕਰਾਂ, ਇਸ ਵਿੱਚ ਸਭ ਤੋਂ ਵੱਡਾ ਜਿਹੜਾ ਸਾਡਾ ਕੰਟਰੀਬਿਊਸ਼ਨ ਨਿਕਲ ਕੇ ਆਇਆ ਸੀ ਗ੍ਰੀਨ ਰੈਵੋਲੂਸ਼ਨ। ਅੱਜ ਭਾਰਤ ਐਕਸਪੋਰਟ ਕਰਦਾ ਹੈ, ਆਪਣਾ ਹੀ ਅਨਾਜ ਐਕਸਪੋਰਟ ਕਰਦਾ ਭਾਰਤ। ਓਕੇ, ਸੋ ਆਤਮ ਨਿਰਭਰ 'ਚ ਉਹਨਾਂ ਨੇ ਕਾਫੀ ਗੱਲ ਕੀਤੀ। ਮੈਂ ਤੁਹਾਨੂੰ ਦੱਸ ਹੀ ਚੁੱਕਾ ਹਾਂ ਕਿ ਜਿਹੜੀ ਸਾਡਾ ਪਾਸਟ ਉਹ ਸਾਡਾ ਐਵੀਡੈਂਸ ਹੈ ਕਿ ਭਾਰਤ ਨੇ ਕਿੰਨਾ ਕੁਝ ਅਚੀਵ ਕੀਤਾ ਹੈ ਆਪਣੇ ਬਲਬੂਤੇ ਉੱਪਰ। ਡਨ। ਉਸ ਤੋਂ ਬਾਅਦ ਕਹਿੰਦਾ, ਜੇ ਉਹਨਾਂ ਨੇ ਕਿਹਾ ਕਿ ਹੁਣ ਗੱਲ ਕਰਾਂ ਕਿ ਇਹ ਐਸਾ ਟਾਈਮ ਹੈ ਕਿ ਅਸੀਂ ਨਾ ਤਾਂ ਬਾਹਰਦਿਆਂ ਦੇ ਇੰਨਾ ਡਿਪੈਂਡ ਰਹਿ ਸਕਦੇ ਹਾਂ। ਚਾਈਨਾ ਹੋ ਗਿਆ, USA ਹੋ ਗਿਆ, ਇੰਨਾ ਨਹੀਂ ਡਿਪੈਂਡ ਰਹਿ ਸਕਦੇ ਆਪਾਂ। ਜਿਵੇਂ ਚਾਈਨਾ ਦਾ USA ਦਾ ਵਾਰ ਚੱਲ ਰਿਹਾ, ਕੋਲਡ ਵਾਰ ਵਾਂਗ ਸਥਿਤੀ ਆ ਚੁੱਕੀ ਹੈ, ਅਤੇ ਭਾਰਤ ਵੀ ਨਿਰਭਰ ਰਹੇ ਨੇ ਚੀਜ਼ਾਂ ਉੱਪਰ। ਭਾਰਤ ਦੀ ਇਕੋਨਮੀ ਪਹਿਲੀ ਡਾਊਨ ਆ, ਹੋਰ ਡਾਊਨ ਹੋ ਜਾਏਗੀ। ਤਾਂ ਉਸਨੇ ਸਾਫ਼-ਸਾਫ਼ ਕਿਹਾ ਕਿ ਮਤਲਬ ਕਿ ਮਾਫ਼ ਕਰਿਓ ਕਿ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਅਸੀਂ ਜਿਹੜੇ ਭਾਰਤ ਦੇ ਲੋਕ ਹਾਂ, ਵਾਸੀ ਹਾਂ, ਉਹਨਾਂ ਕੋਲ ਜੇ ਆਪਾਂ ਗੱਲ ਕਰੀਏ ਕਿ ਕੋਈ 100 ਪ੍ਰੋਬਲਮਸ ਆਉਂਦੀ ਹੈ ਨਾ, ਤਾਂ ਉਹਨਾਂ ਦੇ ਵੀ ਉਹ 1000 ਸੋਲੂਸ਼ਨ ਨਿਕਾਲ ਕੇ ਸਾਹਮਣੇ ਲਿਆਉਂਦੇ ਨੇ। ਡਨ। ਜਿਸ ਨੂੰ ਮੈਂ ਮਲਟੀਪਲਾਈ 'ਚ ਲਿਆਵਾਂ ਤਾਂ ਉਹਨਾਂ ਨੇ ਆਪੇ ਹੀ ਕਿਹਾ, ਦੇਖੋ ਕਹਿੰਦੇ, ਆਈ ਆਲਵੇਜ਼ ਸੇ ਡੈਟ ਇਫ ਇੰਡੀਆ ਫੇਸਿਸ ਦੀ ਲੈਕਸ ਆਫ ਦੀ challenges, it also has the 130 crore solutions. ਓਕੇ, ਠੀਕ ਹੈ। ਤਾਂ ਆਤਮ ਨਿਰਭਰ 'ਚ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਉਹਨਾਂ ਨੇ ਗੱਲ ਕੀਤੀ ਫਾਰਮਿੰਗ ਸੈਕਟਰ ਦੀ। ਜਿੰਨੀਆਂ ਵੀ ਰਿਸਟ੍ਰਿਕਸ਼ਨ ਸੀ ਸਾਰੀਆਂ ਮਿਟਾਉਣ ਦੀ ਕੋਸ਼ਿਸ਼ ਕੀਤੀਆਂ। ਡਨ। ਕਾਫੀ ਇੰਸਟਰਕਸ਼ਨ ਸੀ ਜਿਹੜੀਆਂ ਮਤਲਬ ਕਿ ਲਗਾਈਆਂ ਹੋਈਆਂ ਸੀ ਕਿ ਇੱਕ ਕਿਸਾਨ ਇੱਕ ਮਾਰਕੀਟ ਤੱਕ ਹੀ ਜਾ ਸਕਦਾ ਸੀ, ਬਾਹਰ ਜਾ ਕੇ ਉਸਨੂੰ ਵੇਚ ਨਹੀਂ ਸਕਦਾ ਸੀ। ਉਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸਾਡਾ ਜਿਹੜਾ ਫਾਰਮਿੰਗ ਸੈਕਟਰ ਉਹ ਮਜ਼ਬੂਤ ਹੋਵੇ। ਓਕੇ, ਆਪਣਾ ਜਿਹੜਾ ਸਪੇਸ ਸੈਕਟਰ ਹੈ, ਪਹਿਲੇ ਇਕੱਲਾ ਇੱਕੋ ਹੀ ਸੀ। ਕੌਣ ਸੀ ਪਹਿਲੇ? ਇਸਰੋ ਹੀ ਸਾਰਾ ਕੁਝ ਸੰਭਾਲਦਾ ਸੀ। ਅੱਜ ਪ੍ਰਾਈਵੇਟ ਸੈਕਟਰ ਦੇ ਹੱਥ ਵੀ ਦੇ ਦਿੱਤਾ ਕੁਝ, ਕਿ ਪ੍ਰਾਈਵੇਟ ਸੈਕਟਰ ਵੀ ਆਪਣਾ ਕੰਟਰੀਬਿਊਟ ਕਰੇਗਾ। ਪ੍ਰਾਈਵੇਟ ਸੈਕਟਰ ਵੀ ਇਕਵਿਪਮੈਂਟਸ ਬਣਾਏਗਾ, ਡਿਫੈਂਸ ਇਕਵਿਪਮੈਂਟਸ ਬਣਾਏਗਾ। ਡਨ। ਮਤਲਬ ਸੈਟੇਲਾਈਟ ਵਿੱਚ ਆਪਣੀ ਭਾਗੀਦਾਰੀ ਦੇਵੇਗਾ। PPE ਕਿਟਸ ਦੀ ਗੱਲ ਕੀਤੀ। ਅੱਜ ਐਕਸਪੋਰਟਸ ਹੁੰਦੇ ਸਾਡੇ PPE ਕਿਟਸ। ਇਹ ਕੀ ਹੈ? ਕਾਹਦੀ ਨਿਸ਼ਾਨੀ ਹੈ? ਇਹ ਆਤਮ ਨਿਰਭਰ ਦੀ ਨਿਸ਼ਾਨੀ ਹੈ। ਇਹ ਸਾਡੇ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ ਹੈ। ਡਨ। ਉਸ ਤੋਂ ਕਹਿੰਦੇ ਆਪਣੇ ਵੈਂਟੀਲੇਟਰਸ, ਜੇ ਤੁਸੀਂ ਦੇਖਿਆ ਹੋਵੇ, ਸਾਡੀ ਜਿਹੜੀ ਇੰਸਟੀਟਿਊਟਸ ਆ, ਜਿਹੜੇ ਇੰਨੇ ਅੱਛੇ ਇੰਸਟੀਟਿਊਟਸ ਆ, ਉਹਨਾਂ ਨੇ ਆਪਣੇ ਵੈਂਟੀਲੇਟਰਸ ਬਣਾਏ ਨੇ, ਜਿਨ੍ਹਾਂ ਨੂੰ ਬਾਹਰਦਿਆਂ ਦੇ ਵੈਂਟੀਲੇਟਰਸ ਜਾਂ ਕੋਈ ਇੰਪੋਰਟ ਕਰਾਉਣ ਦੇ ਸਾਨੂੰ ਜ਼ਿਆਦਾ ਸਮਾਂ ਨਾ ਲੱਗੇ, ਕਿ ਅਸੀਂ ਆਪ ਆਤਮ ਨਿਰਭਰ ਬਣੀਏ। ਸਾਡਾ ਜਿਹੜਾ FDI ਹੈ ਉਸ ਵਿੱਚ ਰਾਈਜ਼ ਹੋਇਆ, 18% ਰਾਈਜ਼ ਹੋਇਆ। ਇਹ ਇੱਕ ਨਿਸ਼ਾਨੀ ਆਤਮ ਨਿਰਭਰ ਦੀ। ਓਕੇ, ਕਹਿੰਦੇ ਅਬਾਊਟ 7000 ਪ੍ਰੋਜੈਕਟਸ ਆਫ ਡਿਫਰੈਂਟ ਸੈਕਟਰਸ ਹੈਵ ਬੀਨ ਆਈਡੈਂਟੀਫਾਈਡ ਟੂ ਬ੍ਰਿੰਗ ਏ ਨਿਊ ਰੈਵੋਲੂਸ਼ਨ ਇਨ ਦਾ ਇਨਫਰਾਸਟਰਕਚਰ। ਓਕੇ, ਹੁਣ ਉਸ ਤੋਂ ਬਾਅਦ ਇਹ ਗੱਲ ਆ ਗਈ ਆਤਮ ਨਿਰਭਰ ਦੀ। ਉਸ ਤੋਂ ਬਾਅਦ ਕਹਿੰਦੇ ਐਜੂਕੇਸ਼ਨ ਪਾਲਿਸੀ ਉੱਪਰ ਉਹਨਾਂ ਨੇ ਕੀ ਕਿਹਾ ਕਿ ਹੁਣ ਤੱਕ ਦੀ ਆਪਣੇ 3 ਹੀ ਐਜੂਕੇਸ਼ਨ ਪਾਲਿਸੀਜ਼ ਆਈਆਂ। ਓਕੇ, ਹੁਣ ਜਿਹੜੀ ਲੇਟੈਸਟ ਆਈ ਹੈ ਉਸ ਵਿੱਚ ਸਭ ਤੋਂ ਜ਼ਿਆਦਾ ਧਿਆਨ ਕਿਸ ਦੇ ਉੱਪਰ ਦਿੱਤਾ ਗਿਆ, ਫੋਕਸ ਕਿਸ ਦੇ ਉੱਪਰ ਦਿੱਤਾ ਗਿਆ? ਰਿਸਰਚ ਐਂਡ ਡਿਵੈਲਪਮੈਂਟ ਉੱਪਰ ਦਿੱਤਾ ਗਿਆ। ਤੁਸੀਂ ਡਿਗਰੀ ਦੀ ਗੱਲ ਕਰੋ, ਨਾਰਮਲ ਡਿਗਰੀ 3 ਸਾਲ ਦੀ ਸੀ, ਉਹਨਾਂ ਨੇ 4 ਸਾਲ ਦੀ ਗੱਲ ਕੀਤੀ, ਯਾਨੀ ਕਿ 1 ਸਾਲ ਉਹਨਾਂ ਨੇ ਰਿਸਰਚ ਉੱਪਰ ਗੱਲ ਕੀਤੀ ਹੈ। ਇਹ ਤਾਂ ਇੱਕ ਨਾਰਮਲ ਡਿਗਰੀ ਹੋ ਗਈ, 1 ਸਾਲ ਕੀ ਹੈ ਰਿਸਰਚ ਉੱਪਰ ਹੈ, ਇੱਕ ਤਰ੍ਹਾਂ ਦਾ ਐਕਸਪੀਰੀਅੰਸ ਹੋ ਗਿਆ। ਡਨ। ਇਹ 3 ਸਾਲ ਦੀ ਪੜ੍ਹਾਈ ਦਾ ਰਿਸਰਚ ਕਰਨਾ ਐਕਸਪੀਰੀਅੰਸ ਹੋ ਗਿਆ। ਜੇ ਤੁਸੀਂ ਪੜ੍ਹੀ ਹੋਵੇ ਨਿਊ ਐਜੂਕੇਸ਼ਨ ਪਾਲਿਸੀ, ਤੁਹਾਨੂੰ ਪਤਾ ਹੀ ਹੋਏਗਾ। ਓਕੇ, ਉਸ ਤੋਂ ਕਹਿੰਦੇ ਕਿ ਆਲਰੇਡੀ ਜੇ ਆਪਾਂ ਗੱਲ ਕਰੀਏ ਤਾਂ ਨੇਸ਼ਨ ਹੈਜ਼ ਅਸੈਪਟਡ ਦੀ ਨਿਊ ਮੈਥਡ ਆਫ ਟ੍ਰਾਂਜੈਕਸ਼ਨ। ਇਹ ਕੋਵਿਡ ਦਾ ਟਾਈਮ ਸੀ, ਬੱਚੇ ਜਿਹੜੇ ਲੋਕ ਹੈ ਬੈਂਕ ਨਹੀਂ ਜਾ ਪਾ ਰਹੇ ਸਹੀ ਤਰੀਕੇ ਨਾਲ, ਡਰਦੇ ਹੈ ਕਈ। ਓਕੇ, ਕਈ ਟ੍ਰਾਂਜੈਕਸ਼ਨ ਜਿਹੜੇ ਡਿਜੀਟਲ ਟ੍ਰਾਂਜੈਕਸ਼ਨ ਵੱਲ ਜ਼ਿਆਦਾ ਧਿਆਨ ਹੁੰਦਾ ਜਾ ਰਿਹਾ। ਸਾਡੇ ਆਲਰੇਡੀ ਕਹਿੰਦੇ 3 ਲੱਖ ਕਰੋੜ ਜਿਹੜੇ ਟ੍ਰਾਂਜੈਕਸ਼ਨਸ ਆਪਾਂ ਕ੍ਰੋਸ ਕਰ ਚੁੱਕੇ ਹਾਂ। ਠੀਕ ਹੈ, ਹੁਣ ਆਉਣ ਵਾਲੇ 1000 ਦਿਨਾਂ ਵਿੱਚ ਆਪਾਂ ਕੀ ਕਰਨ ਜਾ ਰਹੇ ਹਾਂ? ਵਿਲੇਜ ਅਕਰੋਸ ਦੀ ਕੰਟਰੀ ਵਿਲ ਹੈਵ ਦਾ ਓਪਟੀਕਲ ਫਾਈਬਰ ਕਨੈਕਸ਼ਨਸ ਹੋ ਜਾਣਗੇ ਹੁਣ। ਯਾਨੀ ਕਿ ਜਿੰਨੇ ਵੀ ਪਿੰਡਾਂ ਵਿੱਚ ਪ੍ਰੋਬਲਮ ਆਉਂਦੀ ਸੀ ਕਨੈਕਟੀਵਿਟੀ ਦੀ, ਉਹ ਹੁਣ ਬਹੁਤ ਜ਼ਿਆਦਾ ਘੱਟ ਜਾਏਗੀ, ਕਿਉਂਕਿ ਆਪਾਂ ਇਨਫਰਾਸਟਰਕਚਰ ਡਿਵੈਲਪ ਕਰ ਰਹੇ ਹਾਂ ਨਾ। ਇਸ ਉੱਪਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ। ਓਕੇ, ਉਸ ਤੋਂ ਬਾਅਦ ਕਹਿੰਦੇ ਹੁਣ ਕੋਵਿਡ ਉੱਪਰ ਉਹਨਾਂ ਨੇ ਕੀ ਗੱਲ ਕੀਤੀ। ਜੇ ਮੈਂ ਗੱਲ ਕਰਾਂ ਕੋਵਿਡ ਵੈਕਸੀਨਸ, ਹੈਲਥ ਸੈਕਟਰ ਉੱਪਰ ਕੀ ਗੱਲ ਕੀਤੀ, ਕਹਿੰਦੇ ਇਸ ਵਿੱਚ ਸਭ ਤੋਂ ਵੱਡਾ ਰੋਲ ਕਿਹਨਾਂ ਦਾ? ਕਿ ਜੇ ਮੈਂ ਗੱਲ ਕਰਾਂ ਕਿ ਆਪਣਾ ਭਾਰਤ ਵੈਕਸੀਨ ਬਣਾਉਣਾ ਚਾਹੁੰਦਾ, ਡਨ। ਅਤੇ ਜੇ ਮੈਂ ਗੱਲ ਕਰਾਂ ਕਿ ਆਪਣੀਆਂ 3 ਵੈਕਸੀਨਸ ਐਸੀਆਂ ਜੋ ਆਲਰੇਡੀਆਂ ਟ੍ਰਾਇਲ ਰੂਪ 'ਚ ਚੱਲ ਰਹੀਆਂ ਨੇ, ਹੁਣ ਉਹਨਾਂ ਦਾ ਨਾਮ ਤੁਹਾਨੂੰ ਦੱਸਣਾ ਮੈਨੂੰ।
ठीक है, ये तुहाडा होमवर्क है, तुहाने मैनूं दसना, ये फस्ट होमवर्क है। मैं विच भी तुहानूं होमवर्क दिंदा जावांगा, मैं तुहाडा कंट्रीब्यूशन चाहना ना, ठीक है ना। हुण साइंटिस्ट वर्क कर रहे हैं, वैक्सीन उपर गल कर रहे हैं, ठीक है। वही मैं गल की, यार देखो 3 इंडियन वैक्सीन आर इन डिफरेंट टेस्टिंग स्टेजिस, हर एक कोई अपने स्टेजिस विच है, कोई ट्रायल बेसिस है, कोई लैबोरेटरी स्टेजिस विच उपर है, ठीक है। कहते वंस इट इज़ द क्लोजर टू गैटिंग द फाइनल क्लीयरेंस वी विल अनाउंस द रोड मैप। प्रधानमंत्री जी कह रहे हैं कि वी विल अनाउंस द रोड मैप विच वी हैव रेडी फॉर डिस्ट्रीब्यूशन। ये कहते एक बार बस स्टेजिस पार कर लैन, फिर एक आप रोड मैप तय करांगे कि डिस्ट्रीब्यूट किस तरह करना अपने। तो उस बाद कहते उस दिन उन्होंने की किया कि टूडे वी आर लॉन्चिंग आ नैशनल डिजिटल हैल्थ मिशन, ओके। उस बाद उन्होंने की गल किया कि पूरा टैक्नोलॉजी बेस्ड होएगा, हर एक एवरी इंडियन को एक हेल्थ ID कार्ड दिता जाएगा। एवरी टाइम यू विजिट अ डॉक्टर और फार्मेसी एवरीथिंग विल बी लॉक्ड इन दिस हेल्थ कार्ड इन योर प्रोफाइल एज अ नेशनल स्किल। देखो कितनी अच्छी गल कही है, एक तो डाटा का डाटा बन जाएगा, एक रिकॉर्ड भी बन जाएगा कि किहड़ी-किहड़ी बीमारियां साडे भारत सब तो ज़्यादा ने, उन्होंने मतलब कलैक्ट करने औखा नहीं होएगा। एक ID कार्ड बना देंगे तुहाडा, तुसीं किसी डॉक्टर को जाओगे सारा कुछ तुहाडा प्रोफाइल उस विच होएगी, ओके। हुण ये आ गया अपना कोविड उपर आप एजुकेशन उपर गल कर चुके हैं तो आत्मनिर्भर बारे गल कर चुके हैं। हुण आप गल करते हैं लद्दाख जम्मू कश्मीर उपर। वो कहते ज्यों ज्यों टैररिज्म वधदा गया, ठीक है, भारत होर मजबूत हुंदा गया उसनूं डिफीट करन विच, ओके। ये साडे प्रधानमंत्री जी ने कहा, मैं अपने बारे कुछ भी नहीं कह रहा, जो कहा प्रधानमंत्री जी ने कहा। उस तो इलावा कहता साडा भारत इन्ना मजबूत है कि यूनाइटेड नेशन सिक्योरिटी काउंसिल UNSC है ना, उस परमानेंट सीट होंगी है, नॉन परमानेंट सीट्स होंगी है। जो तुहानूं याद होवे, तुसीं स्टैटिक पार्ट पढ़ते हो ना, जो तुहानूं पता होवे कि UNSC की हुंदा डन। तुसीं मैनूं ये दसो कि टोटल कितने मैंबरस होंगे, तो टोटल मैंबर विच परमानेंट मैंबर कितने होंगे हैं, तो नॉन परमानेंट मैंबर किहड़े होंगे हैं। ये तुहाडा दूजा होमवर्क है अज। बस इन्ना कुछ दसना तुहानूं, जो उस तो ज़्यादा तुसीं एक्सप्लेन करना चाहो वो तुहाडी इच्छा है, ठीक है। उस विच वो कह रहे हैं, कहते हुणे पिछे ही अपने भारत नूं 9 परमानेंट सीट मिल रही है 2 सालों ਲਈ। उस विच देखो 192 नेशन सी डन, तो 184 वोट सानूं मिले हैं, यानी कि इसका मतलब भारत की स्थिति जे आप एक ऑल ओवर वर्ल्ड च देखिए तो बहुत मजबूत है, ओके। उस तो इलावा प्रधानमंत्री जी होर की कह रहे हैं, कहते आई वांट टू, ये हो गई यूनाइटेड नेशन बारे गल। उस तो बाद आप जम्मू कश्मीर वापस आए हैं, कहते आई वांट टू थैंक ऑल द सरपंचिस अक्रॉस द जम्मू कश्मीर हू आर पुटिंग इन ग्रेट एफर्ट टू इंश्योर डेवलपमेंट रीचेस एवरीवन। कि उत्थे जो सरपंच है वो डेवलपमेंट उपर ध्यान दे रहे हैं, हरे कोई अपने एरिया उपर ध्यान दे रहे हैं, क्योंकि ज़्यादा 370 हटिया है उस तो बाद तो ज़्यादा डेवलपमेंट्स होनी जरूरी हो गई ने, क्योंकि सेंट्रल की सारी पावर उस स्टेट्स जो लद्दाख है तो जम्मू कश्मीर है उस उपर आ गई है, तो जरूरी हो चुका है कि उत्थे डेवलपमेंट हो। दैन कहते एक होर उन्होंने गल कही, कहते लद्दाख है जोड़ा वो कहते इज लीडिंग द वे एंड इज फोकसिंग ऑन द बिकमिंग द कार्बन न्यूट्रल, ओके। कहते जस्ट अ सिक्किम हैज़ मेड इट्स मार्क ऑन इट्स ऑर्गैनिक स्टेट एफर्ट्स आर बीइंग मेड टू मेक लद्दाख इन कार्बन न्यूट्रल रीजन। कहते जिमें सिक्किम नूं आपां ऑर्गैनिक स्टेट का दर्जा मिले है उस तरीके नाल आपां लद्दाख नूं भी कार्बन न्यूट्रल रीजन का दर्जा देना है। वो भी उस वाल जाता जा रहा है, लीडिंग कर रहा है, हौली हौली बन जाएगा। जिमें सिक्किम है ऑर्गैनिक फार्मिंग करता, कैमिकल्स का बहुत घट यूज़ करते हो, ठीक है। उस तो बाद गल की क्लाइमेट चेंज की, कि क्लाइमेट ज्यों ज्यों चेंज होता जा रहा है उस तरीके नाल प्रॉब्लम्स वधदियां जा रही अपने भारत में। उस प्रधानमंत्री जी ने की किया, कहते वी आर वर्किंग ऑन मिशन मोर टू इंश्योर डैट पोल्यूशन, ठीक है, मतलब कि जिहड़ा पोल्यूशन है अपने भारत का वर्ल्ड का ला लो, ठीक है, मगर आप अपने भारत बारे क्यों गल करें पोल्यूशन की, क्योंकि हरेक कंट्री अपने जोड़े वो रिप्रजेंटेटिव्स होंगे वो अपने भारत अपने माफ करो अपने देश बारे गल करते हैं। तो अपने भारत की जी स्थिति है पोल्यूशन लैके इन्नी मजबूत नहीं है। हालांकि पिछले कुछ सालों तो कुछ ऐसी स्कीम्स आई ने जिन्हों करके इस वाल ध्यान दिता जा रहा है, ऐसी गल तो नहीं है, बट पोल्यूशन कंट्रोल करने लिए हरेक बंदे की मतलब कंट्रीब्यूशन की लोड़ है। ये कल्ले जोड़े साढ़े मंत्री हैं, जोड़े साढ़े रिप्रजेंटेटिव्स हैं, वो इकला कुछ नहीं कर लेंगे, जब तक साडा कंट्रीब्यूशन होगा कुछ नहीं कर लेंगे। आने वाला समा कैसा है इलैक्ट्रिक उपर है, तुसीं कभी देखना जी साड़ी कार्स आनी है इलैक्ट्रिक आनी है। ऑलरेडी स्कूटर स्टार्ट हो चुके हैं, स्कूटर मतलब जिवें अपनियां इलैक्ट्रिक स्टार्ट हो चुकी हैं। नोएडा चले जाओ, तुसीं दिल्ली चले जाओ,
ਕਈ ਥਾਵਾਂ 'ਤੇ ਚਾਰਜਿੰਗ ਸੈਕਟਰ ਵੀ ਲੱਗ ਚੁੱਕੇ ਹੈ, ਚਾਰਜਿੰਗ ਜਿਹੜੇ ਸੈਂਟਰਸ ਆ ਚੁੱਕੇ ਹੈ। ਡਨ। ਤੇ ਕਹਿੰਦੇ ਕਲਾਈਮੇਟ ਚੇਂਜ ਇਜ਼ ਅ ਗ੍ਰੇਟ ਕੰਸਰਨ ਟੂ ਅਸ। ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ, ਕਹਿੰਦੇ ਵੀ ਆਰ ਫੋਕਸਿੰਗ ਔਨ ਦ ਕਲੀਨ ਐਨਰਜੀ ਐਂਡ ਸੋਲਰ ਪਾਵਰ ਟੂ ਟੇਕ ਅਸ ਫਾਰਵਰਡ ਐਂਡ ਇੰਸ਼ੋਰ ਡੈਟ ਆਵਰ ਪਰ ਕੈਪੀਟਲ ਕਾਰਬਨ ਫੁੱਟ ਇਜ਼ ਰਿਡਿਊਸ। ਹੁਣ ਕਹਿਣਾ ਚਾਹ ਰਹੇ ਨੇ, ਕਹਿੰਦੇ ਸਾਡਾ ਧਿਆਨ ਸਭ ਤੋਂ ਸੋਲਰ ਪਾਵਰ ਉੱਪਰ ਹੋਣਾ ਚਾਹੀਦਾ ਹੈ। ਡਨ। ਕੋਲ ਇੰਡਸਟਰੀ ਤੋਂ ਛੱਡ ਕੇ, ਜਿਹੜੀ ਕੋਲ ਉੱਪਰ ਆਪਾਂ ਇਲੈਕਟ੍ਰਿਕ ਬਣਾਉਂਦੇ ਆ, ਉਹਨਾਂ ਨੂੰ ਤੁਸੀਂ ਛੱਡ ਕੇ ਆਪਾਂ ਨੂੰ ਸਿੱਧਾ ਕਿਸ 'ਤੇ ਆ ਜਾਣਾ ਚਾਹੀਦਾ, ਸੋਲਰ ਪਾਵਰ 'ਤੇ। ਜੋ ਆਪਣਾ ਇੱਕ ਟਾਰਗੇਟ ਹੈ ਵੀ 175 ਗੀਗਾਵਾਟ ਦਾ ਹੈ ਨਾ, ਟਾਰਗੇਟ ਆਪਣਾ, ਜਿਸ 'ਚੋਂ 100 ਗੀਗਾਵਾਟ ਦਾ ਆਪਣਾ ਸੋਲਰ ਦਾ ਹੀ ਟਾਰਗੇਟ ਹੈ ਨਾ, ਜੇ ਤੁਹਾਨੂੰ ਪਤਾ ਹੋਵੇ। ਸਾਡਾ ਭਾਰਤ ਪਹਿਲੀ ਟਾਰਗੇਟ ਲਗਾ ਕੇ ਚੱਲ ਰਿਹਾ, ਉਸ ਵਿੱਚ ਕਦਮ ਵਧਾ ਵੀ ਰਿਹਾ, ਤੁਸੀਂ ਸਕੀਮ ਸੁਣਦੇ ਹੋਵੋਗੇ। ਠੀਕ ਹੈ। ਕਹਿੰਦੇ ਤਾਂ ਕਿ ਸਾਡਾ ਜਿਹੜਾ ਕਾਰਬਨ ਫੁੱਟ ਹੈ ਨਾ, ਉਹ ਰਿਡਿਊਸ ਕੀਤਾ ਜਾਵੇ। ਡਨ। ਉਸ ਤੋਂ ਬਾਅਦ ਕਹਿੰਦੇ ਹੁਣ ਅਗਲੀ ਗੱਲ ਉਹਨਾਂ ਨੇ ਨੇਬਰਿੰਗ ਕੰਟਰੀ ਉੱਪਰ ਕਹੀ ਕਿ ਜਿਹੜਾ ਸਾਡਾ ਰਿਲੇਸ਼ਨਸ ਹੈ ਆਪਣੇ ਜਿਹੜੇ ਗੁਆਂਢੀ ਦੇਸ਼ ਹੈ, ਉਹਨਾਂ ਉੱਪਰ ਪ੍ਰਧਾਨ ਮੰਤਰੀ ਜੀ ਕੀ ਕਹਿ ਰਹੇ ਨੇ, ਕਹਿੰਦੇ ਫॉर ਇੰਡੀਆ ਨੇਬਰਿੰਗ ਨੇਬਰਸ ਆਰ not only ones we share our border with but all those who have a bonding of the heart with us। ਉਹਨਾਂ ਨੇ ਇਹ ਗੱਲ ਕਹੀ। ਉਸ ਤੋਂ ਬਾਅਦ ਕਿਹਾ ਉਹਨਾਂ ਨੇ, ਕਹਿੰਦੇ ਇੰਡੀਆ ਇਜ਼ ਅ ਕਲੋਜ਼ ਰਿਲੇਸ਼ਨ ਇਨ ਦ ਗ੍ਰੇਟਰ ਨੇਬਰਹੁੱਡ, ਵੀ ਆਰ ਵਰਕਿੰਗ ਟੂਗੈਦਰ, ਹੈਵ ਅ ਲੋਟ ਆਫ ਮਿਊਚੁਅਲ ਰਿਸਪੈਕਟ ਫॉर ਈਚ ਅਦਰ। ਯਾਨੀ ਕਿ ਇਹਨਾਂ ਤਿੰਨਾਂ ਪੁਆਇੰਟ ਦੇ ਉੱਪਰ ਉਹਨਾਂ ਨੇ ਇਹ ਸਾਫ਼ ਕਹਿਤਾ ਕਿ ਜਿਹੜਾ ਭਾਰਤ ਹੈ, ਭਾਰਤ ਭਾਵੇਂ ਪੂਰੇ ਵਰਲਡ ਨਾਲ ਆਪਣੇ ਰਿਲੇਸ਼ਨ ਸੁਧਾਰ ਲਏ, ਮਗਰ ਜਿਹੜੇ ਉਹਦੇ ਗੁਆਂਢੀ ਹੈ ਉਹਨਾਂ ਨਾਲ ਰਿਲੇਸ਼ਨ ਸਭ ਤੋਂ ਜ਼ਿਆਦਾ ਸੁਧਾਰਨਾ ਚਾਹੀਦਾ। ਔਖੇ ਸਥਿਤੀ 'ਚ ਜਿਹੜੇ ਗੁਆਂਢੀ ਦੇਸ਼ ਉਹ ਪਹਿਲੇ ਕੰਮ ਆਉਣਗੇ। ਤੁਸੀਂ ਕਦੇ ਵੀ ਦੇਖਣਾ, ਤੁਹਾਡਾ ਘਰ ਹੈ, ਤੁਹਾਡੇ ਘਰ ਵਿੱਚ ਤੁਸੀਂ ਦੂਰ ਦੇ ਰਿਸ਼ਤੇਦਾਰਾਂ ਨਾਲ ਜਿੰਨਾ ਮਰਜ਼ੀ ਆਪਣੀ ਮਜ਼ਬੂਤੀ ਕਰ ਲਓ, ਮਗਰ ਜਿਹੜਾ ਗੁਆਂਢੀ ਹੈ ਤੁਹਾਡੇ, ਉਹ ਸਭ ਤੋਂ ਪਹਿਲੇ ਤੁਹਾਡੇ ਲਈ ਖੜੇ ਹੋਣਗੇ। ਇਹ ਗੱਲ ਕਿਹਨਾਂ ਦੀ ਕਰ ਰਹੇ ਨੇ? ਭੂਟਾਨ ਦੀ ਗੱਲ ਕਰ ਰਹੇ ਨੇ, ਨੇਪਾਲ ਦੀ ਗੱਲ ਕਰ ਰਹੇ ਨੇ, ਚਾਈਨਾ ਦੀ ਗੱਲ ਕਰ ਰਹੇ ਨੇ, ਹੈ ਨਾ, ਸ਼੍ਰੀਲੰਕਾ ਦੀ ਗੱਲ ਕਰ ਰਹੇ ਨੇ, ਪਾਕਿਸਤਾਨ ਦੀ ਗੱਲ ਕਰ ਰਹੇ ਨੇ। ਹਾਲਾਂਕਿ ਇਸ ਟਾਈਮ ਪਾਕਿਸਤਾਨ ਨਾਲ ਕਾਫੀ ਇਸ਼ੂਜ਼ ਹੈ, ਮਗਰ ਬਾਕੀ ਜਿਹੜੇ ਨੇਬਰ ਕੰਟਰੀਜ਼ ਉਹਨਾਂ ਬਾਰੇ ਗੱਲ ਕਰ ਰਹੇ ਨੇ। ਓਕੇ। ਉਸ ਤੋਂ ਬਾਅਦ ਗੱਲ ਆ ਗਈ ਇਹਦੀ ਡਿਫੈਂਸ ਪ੍ਰੋਡਕਸ਼ਨ ਦੀ। ਠੀਕ ਹੈ। ਹੁਣ ਇਸ ਵਿੱਚ ਭਾਰਤ ਆਤਮ ਨਿਰਭਰ ਬਣਨਾ ਚਾਹੁੰਦਾ। ਤੁਸੀਂ ਪਿੱਛੇ ਰਾਜਨਾਥ ਸਿੰਘ ਦੀ ਸੁਣਿਆ ਹੋਣਾ ਕਿ 102 ਡਿਫੈਂਸ ਪ੍ਰੋਡਕਟਸ ਉਹਨਾਂ ਨੂੰ ਬਣਾਉਣ ਦੀ ਗੱਲ ਆਖੀ ਗਈ ਹੈ। ਉਹਨਾਂ ਨੇ ਜਿਹੜੇ ਇੰਪੋਰਟਸ ਆ ਉਹਨਾਂ ਨੂੰ ਕੈਂਸਲੇਸ਼ਨ ਕਰਨ ਦੀ ਗੱਲ ਕੀਤੀ ਹੈ ਕਿ ਇਹ ਭਾਰਤ ਖੁਦ ਬਣਾਏਗਾ। ਉਹਨਾਂ ਦੀ ਟੌਪ ਪ੍ਰਾਇਓਰਿਟੀ ਹੈ। ਠੀਕ ਹੈ। ਆਤਮ ਨਿਰਭਰ 'ਚ ਡਿਫੈਂਸ ਪ੍ਰੋਡਕਸ਼ਨ ਕਰਨਾ ਆਪਣੇ ਭਾਰਤ ਦੀ ਸਭ ਤੋਂ ਜ਼ਿਆਦਾ ਟੌਪ ਪ੍ਰਾਇਓਰਿਟੀ ਹੈ, ਸਭ ਤੋਂ ਜ਼ਿਆਦਾ ਧਿਆਨ ਇਸ ਉੱਪਰ ਦਿੱਤਾ ਜਾ ਰਿਹਾ। ਕਹਿੰਦੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ, ਕਹਿੰਦੇ ਨਾਓ ਫਰੋਮ ਪਿਸਟਲਸ ਐਂਡ ਗਨਸ ਟੂ ਟੈਂਕਸ ਐਂਡ ਫਾਈਟਰ, ਜੈਟ ਲਾਈਕ ਦੀ ਤੇਜਸ, ਫਰੋਮ ਆਰਟਿਲਰੀ ਗਨਸ ਟੂ ਦ ਮਿਸਲਸ, ਐਵਰੀਥਿੰਗ ਵਿਲ ਬੀ ਮੇਡ ਇਨ ਇੰਡੀਆ। ਇਹ ਸਾਰੀ ਚੀਜ਼ਾਂ ਹੁਣ ਭਾਰਤ 'ਚ ਬਣ ਰਹੀਆਂ, ਯਾਨੀ ਕਿ ਮੇਡ ਇਨ ਇੰਡੀਆ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਆਖਾਂਗੇ ਕਿ ਫਾਈਬਰ ਓਪਟੀਕਲ ਕੇਬਲ ਕਨੈਕਟ ਦੀ ਅੰਡੇਮਾਨ ਨਿਕੋਬਾਰ ਆਈਲੈਂਡਸ 'ਤੇ ਤੁਹਾਨੂੰ ਪਿੱਛੇ ਸੁਣਿਆ ਹੋਇਆ, ਭਾਰਤ ਆਪਣੇ PM ਮੋਦੀ ਨੇ ਲਾਂਚ ਕੀਤਾ, ਇਨੈਗੂਰੇਟ ਕੀਤਾ ਉਹਨਾਂ ਨੇ। ਕਹਿੰਦੇ ਇੰਡੀਆ ਇਜ਼ ਨੋਟ ਜਸਟ ਦਾ ਮੇਨਲੈਂਡ ਐਂਡ ਦ ਨੌਰਥ ਈਸਟ ਬਟ ਆਲਸੋ 1000 ਆਫ ਦੀ ਆਈਲੈਂਡਸ। ਉਹ ਤਾਂ ਹੈ ਹੀ ਆਪਣਾ ਅੰਡੇਮਾਨ ਨਿਕੋਬਾਰ ਹੈ। ਦਿਸ ਵਿਲ ਬ੍ਰਿੰਗ ਦੀ ਕਹਿੰਦੇ ਹਾਈ ਸਪੀਡ ਇੰਟਰਨੈਟ ਐਂਡ ਅਦਰ ਬੈਨੀਫਿਟ ਟੂ ਰੈਜ਼ੀਡੈਂਟਸ ਇਨ ਦੋਸ ਆਈਲੈਂਡਸ। ਕਹਿੰਦੇ ਇਨ ਅਗਲੇ 1000 ਡੇਜ਼ ਵਿੱਚ ਆਪਾਂ ਲਕਸ਼ਦੀਪ ਨੂੰ ਵੀ ਇਸ ਤਰ੍ਹਾਂ ਕਨੈਕਟ ਕਰਾਂਗੇ, ਜਿਸ ਤਰ੍ਹਾਂ ਆਪਾਂ ਅੰਡੇਮਾਨ ਨਿਕੋਬਾਰ ਨੂੰ ਕਨੈਕਟ ਕੀਤਾ, ਉਸ ਤਰੀਕੇ ਨਾਲ ਹੀ ਆਪਾਂ ਲਕਸ਼ਦੀਪ ਨੂੰ ਕਨੈਕਟ ਕਰਾਂਗੇ ਹਾਈ ਸਪੀਡ ਇੰਟਰਨੈਟ ਨਾਲ। ਠੀਕ ਹੈ। ਹੁਣ ਇਹ ਹੋ ਗਈ ਇੱਕ ਆਪਣੀ ਗੱਲ ਇੱਕ ਟੌਪਿਕ ਵਿੱਚੋਂ। ਇਹ ਜਿਹੜਾ ਸਾਰਾ ਸੀ ਇੱਕ ਟੌਪਿਕ ਸੀ ਆਪਣਾ। ਇੱਕ ਟੌਪਿਕ ਵਿੱਚ ਆਪਾਂ ਨੇ ਕੀ ਦੇਖਿਆ ਕਿ ਆਪਣੇ ਭਾਰਤ, ਜਦੋਂ ਭਾਰਤ ਦੀ ਇੰਡੀਪੈਂਡੈਂਸ ਡੇ ਆਈ ਤਾਂ ਉਸ ਵਿੱਚ ਜਦੋਂ ਸਾਡੇ PM ਨੇ ਸਪੀਚ ਦਿੱਤੀ, ਉਸ ਵਿੱਚ ਉਹਨਾਂ ਨੇ ਕੀ ਗੱਲਾਂ ਆਖੀਆਂ, ਕਿਸ ਤਰ੍ਹਾਂ ਗੱਲਾਂ ਆਖੀਆਂ। ਡਨ। ਉਸ ਤੋਂ ਬਾਅਦ ਆਪਣਾ ਨੈਕਸਟ ਟੌਪਿਕ ਕੀ ਹੈ? ਸੋਸ਼ਲ। ਇਹ ਆਪਣਾ ਤੁਸੀਂ ਜੇ PCS ਦੀ ਤਿਆਰੀ ਕਰ ਰਹੇ ਹੋ ਜਾਂ UPSC ਦੀ ਤਿਆਰੀ ਕਰ ਰਹੇ ਹੋ, ਉਸ ਵਿੱਚ ਸਿਲੇਬਸ ਹੁੰਦਾ। ਠੀਕ ਹੈ। GS ਸੈਕਿੰਡ ਵਿੱਚ ਸੋਸ਼ਲ ਹੈਲਥ ਬਾਰੇ ਗੱਲ ਕੀਤੀ ਹੋਈ ਹੈ, ਟੌਪਿਕ ਬਾਰੇ ਗੱਲ ਕੀਤੀ ਹੋਈ ਹੈ। ਉਸ ਵਿੱਚ ਇਹ ਜਿਹੜੀ ਇਸ਼ੂ ਹੈ ਇਹ ਇਸ ਦੇ ਅੰਡਰ ਆਏਗਾ। ਡਨ। ਇਸ ਵਿੱਚ ਦੇਖੋ ਇਸ਼ੂ ਮਤਲਬ ਕਿ ਕਰੰਟ ਇਸ਼ੂ ਮਤਲਬ ਕਹਿਣਾ ਚਾਹੀਏ ਤਾਂ ਆਪਾਂ ਇਹੀ ਕਹਿ ਰਹੇ ਨੇ, ਕਹਿੰਦੇ ਜਾਮੀਆ ਮਿਲੀਆ ਜਿਹੜੀ ਯੂਨੀਵਰਸਿਟੀ ਸੀ ਉਹ ਫਸਟ ਆਈ ਹੈ ਇਨ ਇੰਟਰਨਲ ਅਸੈਸਮੈਂਟ ਕੋਰਸ ਵਿੱਚ। ਠੀਕ ਹੈ। ਜਿਵੇਂ ਸੈਂਟਰਲ ਯੂਨੀਵਰਸਿਟੀਜ਼ ਦੀਆਂ ਨਾ ਇੰਟਰਨਲ ਅਸੈਸਮੈਂਟ ਕੀਤੀ ਜਾਂਦੀ ਹੈ, ਜਿਹੜੀ ਸੈਂਟਰਲ ਯੂਨੀਵਰਸਿਟੀ ਜਿਵੇਂ ਜਾਮੀਆ ਮਿਲੀਆ ਆਪਣੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ, ਉਸ ਤੋਂ ਇਲਾਵਾ ਹੋਰ ਜਿਹੜੀ ਯੂਨੀਵਰਸਿਟੀ ਉਹਨਾਂ ਵਿੱਚ ਕਹਿੰਦਾ ਫਸਟ ਕੌਣ ਆਇਆ? ਜਾਮੀਆ ਮਿਲੀਆ ਯੂਨੀਵਰਸਿਟੀ ਆਈ ਹੈ। ਕਹਿੰਦੇ ਜਾਮੀਆ ਮਿਲੀਆ ਯੂਨੀਵਰਸਿਟੀ ਸਕੋਰਡ ਅ ਟੋਟਲ ਆਫ 90% in self assessment exercise based on annual targets set by each university under performance parameters determined by the assessment। ठीक है। determined by the assessment should not be linked to the financial incentives to make it more effective। ਸੋ ਇਹ ਚੀਜ਼ ਆਪਣੇ ਵਾਈਸ ਚਾਂਸਲਰ ਨਜਮ ਅਖਤਰ ਕਹਿ ਰਹੇ ਨੇ। ਤਾਂ ਇਸ ਵਿੱਚ ਦੇਖੋ ਇਹ ਇਸ਼ੂ ਹੈ। ਠੀਕ ਹੈ। ਇੱਕ ਇਸ਼ੂ ਕਹਿ ਲਓ ਤੁਸੀਂ, ਇੱਕ ਕਰੰਟ ਅਫੇਅਰ ਕਹਿ ਲਓ, ਕੁਛ ਵੀ ਕਹਿ ਲਓ। ਡਨ। ਹੁਣ ਇਸ ਵਿੱਚ ਤੁਹਾਡੇ ਤੋਂ ਇਹ ਨਹੀਂ ਪੁੱਛਿਆ ਜਾਏਗਾ ਕਿ ਜਾਮੀਆ ਮਿਲੀਆ ਯੂਨੀਵਰਸਿਟੀ ਦੀ ਕਿਸ ਰੈਂਕ 'ਤੇ ਆਇਆ ਉਹ, ਇਹ ਨਹੀਂ ਪੁੱਛਿਆ ਜਾਏਗਾ।
ਪੁੱਛਿਆ ਕੀ ਜਾਏਗਾ ਕਿ ਜਾਮੇ ਮਿਲੀਆ ਦਾ ਹਿਸਟਰੀ ਕੀ ਹੈ, ਇਸ ਦੇ ਫਾਊਂਡਰ ਕੌਣ ਹੈ, ਇਹ ਸਟੈਬਲਿਸ਼ ਕਦੋਂ ਹੋਈ, ਇਹ ਪੁੱਛਿਆ ਜਾਏਗਾ। ਸਮਝ ਰਹੇ ਹੋ ਨਾ ਕਿ ਮੈਂ ਤੁਹਾਨੂੰ ਬਰਨਿੰਗ ਇਸ਼ੂਜ਼ ਕਰਾਉਣ ਦਾ ਕੀ ਮਤਲਬ ਹੈ ਕਿ ਇੱਕ ਨਿਊਜ਼ ਨੂੰ ਦਾ ਮੈਨੇ ਇੱਕ ਬੈਕਗਰਾਊਂਡ ਬਾਰੇ ਗੱਲ ਕਰਨੀ ਹੈ, ਗੱਲ ਉੱਥੋਂ ਪੁੱਛੀ ਜਾਏ, ਗੱਲ ਇਹ ਨਹੀਂ ਪੁੱਛੀ ਜਾਏਗੀ। ਠੀਕ ਹੈ, ਉਹ ਹੁਣ ਆਪਾਂ ਪਤਾ ਦੇਖਦੇ ਹਾਂ ਆਪਾਂ ਕਿ ਜਾਮੇ ਮਿਲੀਆ ਦਾ ਆਪਾਂ ਪੂਰੀ ਹਿਸਟਰੀ ਦੇਖਦੇ ਹਾਂ ਹੁਣ ਆਪਾਂ। ਡਨ। ਹੁਣ ਦੇਖੋ ਕਹਿੰਦੇ ਜਾਮੇ ਮਿਲੀਆ ਯੂਨੀਵਰਸਿਟੀ ਕੀ ਹੈ, ਕਹਿੰਦੇ ਇੱਕ ਸੈਂਟਰਲ ਯੂਨੀਵਰਸਿਟੀ ਹੈ, ਤੁਹਾਨੂੰ ਪਤਾ ਹੋਣਾ। ਠੀਕ ਹੈ, ਲੋਕੇਟਡ ਕਿੱਥੇ ਹੈ, ਜਾਮੀਆ ਨਗਰ, ਨਿਊ ਦਿੱਲੀ ਵਿੱਚ। ਕਹਿੰਦੇ ਓਰੀਜਨਲੀ ਸਟੈਬਲਿਸ਼ ਕਿੱਥੇ ਸੀ, ਅਲੀਗੜ੍ਹ ਵਿੱਚ। ਜਦੋਂ ਪਹਿਲੇ ਭਾਰਤ ਆਜ਼ਾਦ ਨਹੀਂ ਹੋਇਆ ਸੀ ਉਸ ਵਕਤ ਦੀ ਗੱਲ ਕਰ ਰਹੇ ਨੇ। ਕਹਿੰਦੇ ਯੂਨਾਈਟਿਡ ਪ੍ਰੋਵਿੰਸਿਸ ਪ੍ਰੈਜ਼ੈਂਟ ਡੇ ਉੱਤਰ ਪ੍ਰਦੇਸ਼ ਵਿੱਚ ਲੋਕੇਟਡ ਸੀ। ਜੇ ਆਪਾਂ ਜਾਮੇ ਮਿਲੀਆ ਯੂਨੀਵਰਸਿਟੀ ਦੀ ਗੱਲ ਕਰੀਏ, ਇਸ ਵਕਤ ਜਾਮੀਆ ਨਗਰ ਨਿਊ ਦਿੱਲੀ ਵਿੱਚ ਹੈ, ਬਟ ਉਸ ਟਾਈਮ ਕਿੱਥੇ ਸੀ, ਉੱਤਰ ਪ੍ਰਦੇਸ਼ ਵਿੱਚ ਸੀ। ਠੀਕ ਹੈ, ਅਲੀਗੜ੍ਹ। ਡਨ। ਜਦੋਂ ਬ੍ਰਿਟਿਸ਼ ਦਾ ਰਾਜ ਸੀ 1920 ਦੀ ਗੱਲ ਕਰ ਰਹੇ ਨੇ, ਕਿ ਦੇਖੋ ਕਿੰਨੀ ਪੁਰਾਣੀ ਹੈ। ਤੁਹਾਨੂੰ ਪਤਾ ਸੀ ਇਹਨਾਂ ਬਾਰੇ ਕਿ ਜਾਮੀ ਮਿਲੀਆ ਯੂਨੀਵਰਸਿਟੀ ਇੰਨੀ ਮਤਲਬ ਪੁਰਾਣੀ ਹੋ ਸਕਦੀ ਹੈ। ਡਨ। ਸੋ ਹੌਲੀ ਹੌਲੀ ਇਹ ਕਰੰਟ ਲੋਕੇਸ਼ਨ ਦੀ ਬਦਲੀ ਗਈ, ਇੱਕ ਓਖਲਾ 'ਚ ਆ ਗਈ 1935 ਵਿੱਚ। ਫਿਰ ਇਸ ਨੂੰ ਡੀਮਡ ਸਟੇਟਸ ਮਿਲ ਗਿਆ UGC ਵੱਲੋਂ 1962 ਵਿੱਚ। ਡਨ। ਤਾਂ 1988 ਵਿੱਚ ਇਹ ਸੈਂਟਰਲ ਯੂਨੀਵਰਸਿਟੀ ਬਣ ਗਈ। ਠੀਕ ਹੈ ਫਰੈਂਡਸ, ਇਸ ਟਾਈਮ ਜਿਹੜੇ ਆਪਣੇ ਚਾਂਸਲਰ ਨੇ ਉਹ ਨੇਜਮਾ ਹਪਤੁੱਲਾ ਨੇ, ਨਹੀਂ ਸੌਰੀ 2017 'ਚ ਨੇਜਮਾ ਹਪਤੁੱਲਾ ਸੀ। 1919 ਵਿੱਚ ਆਪਣੇ ਜਿਹੜੇ ਬਣੇ ਨੇ ਉਹ ਬਣੇ ਨਜਮਾ ਅਖਤਰ ਬਣੇ ਨੇ। ਠੀਕ ਹੈ, ਉਸ ਤੋਂ ਬਾਅਦ ਜੇ ਮੈਂ ਇਹਨਾਂ ਦੀ ਹਿਸਟਰੀ ਦੀ ਗੱਲ ਕਰਾਂ, ਹਿਸਟਰੀ ਤੋਂ ਪਹਿਲਾਂ ਤੁਹਾਨੂੰ ਇਹਦਾ ਮੋਟੋ ਪਤਾ ਹੋਣਾ ਚਾਹੀਦਾ ਹੈ ਕਿ ਮੋਟੋ ਇੰਗਲਿਸ਼ ਜਾਮੇ ਮਿਲੀਆ ਦਾ ਕੀ ਹੈ। ਕਹਿੰਦੇ ਟੌਟ ਮੈਨ ਵਟ ਹੀ ਨਿਊ ਨੋਟ। ਠੀਕ ਹੈ, ਟੌਟ ਮੈਨ ਵਟ ਹੀ ਨਿਊ ਨੋਟ। ਓਕੇ, ਅਤੇ ਇਸਟੈਬਲਿਸ਼ ਕਦੋਂ ਹੋਈ ਸੀ, 19 ਅਕਤੂਬਰ 1920, ਯਾਨੀ ਕਿ ਅੱਜ ਤੋਂ ਘੱਟੋ ਘੱਟ 100 ਸਾਲ ਪਹਿਲੇ। ਠੀਕ ਹੈ, ਇਹਦੇ ਫਾਊਂਡਰ ਕੌਣ ਕੌਣ ਹੈ, ਜੇ ਮੈਂ ਤੁਹਾਨੂੰ ਗੱਲ ਕਰਾਂ ਇਹਦੇ ਫਾਊਂਡਰ ਦੇਖੋ, ਮਹਿਮੂਦ ਹਸਨ ਨੇ, ਮੁਹੰਮਦ ਅਲੀ ਨੇ, ਜੌਹਰ ਨੇ, ਹਾਕਿਮ ਅਜਮਲ ਖਾਨ ਨੇ, ਮੁਖਤਾਰ ਅਹਿਮਦ ਨੇ। ਠੀਕ ਹੈ, ਉਸ ਵੇਲੇ ਅਬਦੁਲ ਮਜੀਦ ਖਵਾਜਾ ਨੇ ਅਤੇ ਜ਼ਾਕਿਰ ਹੁਸੈਨ ਨੇ। ਜ਼ਾਕਿਰ ਹੁਸੈਨ ਤੁਸੀਂ ਯਾਦ ਹੈ ਨਾ ਕੌਣ ਹੈ, ਜੇ ਨਹੀਂ ਪਤਾ ਜਾ ਕੇ ਪਤਾ ਕਰੋ ਕੌਣ ਹੈ। ਡਨ। ਇਹਨਾਂ ਬਾਰੇ ਵੀ ਇੱਕ ਹਿਸਟਰੀ ਹੈ, ਮਤਲਬ ਕਿ ਇਹਨਾਂ ਬਾਰੇ ਕੁਝ ਐਸੇ ਪੁਆਇੰਟਸ ਨੇ ਜੋ ਇੱਕ ਹਿਸਟਰੀ 'ਚ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੇ ਨੇ। ਠੀਕ ਹੈ, ਇਸ ਤੋਂ ਬਾਅਦ ਤੁਹਾਨੂੰ ਇੰਨਾ ਕੁ ਪਤਾ ਲੱਗ ਗਿਆ। ਠੀਕ ਹੈ, ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਿ ਇਸ ਨੂੰ ਆਪਾਂ ਸਮਝਣ ਦੀ ਥੋੜ੍ਹਾ ਕੋਸ਼ਿਸ਼ ਕਰੀਏ ਕਿ ਇਹਦੀ ਥੋੜ੍ਹੀ ਹਿਸਟਰੀ ਜਾਣ ਲੈਂਦੇ ਆਪਾਂ। ਫਾਊਂਡਰ ਤੁਹਾਨੂੰ ਪਤਾ ਲੱਗ ਗਏ। ਠੀਕ ਹੈ, ਕਹਿੰਦੇ ਇਟ ਵਾਸ ਐਸਟੈਬਲਿਸ਼ਡ ਮੇਨਲੀ ਇਨ ਦਾ ਰਿਸਪੌਂਸ ਟੂ ਦ ਡਿਮਾਂਡ ਆਫ ਦੀ ਸਮ ਸਟੂਡੈਂਟਸ ਆਫ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ। ਕਹਿੰਦੇ ਕੁਛ ਜਿਹੜੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸੀ ਉਹਨਾਂ ਦੀ ਡਿਮਾਂਡ ਦੇ ਉੱਪਰ ਇਹ ਨਵੀਂ ਜਿਹੜੀ ਯੂਨੀਵਰਸਿਟੀ ਹੈ ਸਥਾਪਿਤ ਕੀਤੀ ਗਈ। ਕਹਿੰਦੇ ਤਾਂ ਕਿ ਇੱਕ ਨਿਊ ਨੈਸ਼ਨਲ ਮੁਸਲਿਮ ਯੂਨੀਵਰਸਿਟੀ ਬਣਾਈ ਜਾਵੇ ਜੋ ਵਿਚ ਵੁੱਡ ਬੀ ਫ੍ਰੀ ਫਰੋਮ ਦੀ ਗੌਰਮੈਂਟ ਇਨਫਲੂਐਂਸ ਐਂਡ ਦੇ ਫੈਲਟ ਡੈਟ ਦੀ ਐਡਮਿਸ਼ਨ ਆਫ ਦੀ ਅਲੀਗੜ੍ਹ ਯੂਨੀਵਰਸਿਟੀ ਵਾਸ ਪ੍ਰੋਹਿਬਿਟਡ ਸੈਂਟੈਂਸ। ਠੀਕ ਹੈ, ਉਸ ਤੋਂ ਬਾਅਦ ਜੇ ਇਸ ਦੇ ਉੱਪਰ ਮੈਂ ਗੱਲ ਕਰਾਂ, ਬਸ ਤੁਹਾਨੂੰ ਇੰਨਾ ਕੁ ਜਾਣਨ ਦੀ ਲੋੜ ਹੈ ਕਿ ਇਹਦਾ ਫਾਊਂਡਰ ਕੌਣ ਸੀ, ਇਹਦੀ ਥੋੜ੍ਹੀ ਬਹੁਤੀ ਤੁਹਾਨੂੰ ਹਿਸਟਰੀ ਪਤਾ ਹੋਣੀ ਚਾਹੀਦੀ ਹੈ। ਕਦੀ ਕਿਤੇ ਪੁੱਛਿਆ ਜਾ ਸਕਦਾ ਹੈ, ਕੁਐਸਚਨ ਕਿੱਥੋਂ ਵੀ ਘੁਮਾ ਕੇ ਆ ਸਕਦਾ ਹੈ। ਡਨ। ਅਗਲਾ ਆਪਣਾ ਬਰਨਿੰਗ ਇਸ਼ੂ ਹੈ ਕਿ ਐਗਰੀਕਲਚਰ ਸੈਕਟਰ ਉੱਪਰ ਹੈ। ਠੀਕ ਹੈ, AGS 3 'ਚ ਪੁੱਛਿਆ ਜਾਂਦਾ ਹੈ, ਮਤਲਬ ਉਸ ਵਿੱਚ ਇਹ ਸਿਲੇਬਸ ਵਿੱਚ ਦਿੱਤਾ ਹੋਇਆ। ਤਾਂ ਆਪਣਾ ਇਸ਼ੂ ਕੀ ਹੈ, ਕਹਿੰਦੇ SBI ਕਿਸਾਨ ਕਾਰਡ ਕਲਾਇੰਟਸ ਦੀ ਰਿਵਾਈਜ਼ ਲਿਮਿਟ ਹੈ ਵਿਊ ਯੋਨੋ। ਕਹਿਣਾ ਕੀ ਚਾਹ ਰਹੇ ਨੇ, ਕਹਿੰਦੇ ਦ ਸਟੇਟ ਬੈਂਕ ਆਫ ਇੰਡੀਆ ਨੇ ਇੰਟਰੋਡਿਊਸ ਕੀਤਾ ਹੈ ਇੱਕ ਕਿਸਾਨ ਕ੍ਰੈਡਿਟ ਕਾਰਡ ਰਿਵਿਊ ਆਪਸ਼ਨ, ਇੱਕ ਰਿਵਿਊ ਆਪਸ਼ਨ ਦਿੱਤਾ ਹੈ ਫॉर ਯੋਨੋ ਕ੍ਰਿਸ਼ੀ the recent unveiled platform that caters to farmer needs. With this, farmers will no longer need to visit the branch to apply for the revision with the KCC limit. ਠੀਕ ਹੈ, ਕਹਿੰਦੇ ਸਪੋਜ਼ ਕਰੋ ਇੱਕ ਪੀਰੀਅਡ ਹੁੰਦਾ ਹੈ ਕਿਸਾਨ ਕ੍ਰੈਡਿਟ ਸਕੀਮ ਦਾ, ਤਾਂ ਉਹ ਇੱਕ ਪੀਰੀਅਡ ਖਤਮ ਹੋ ਜਾਏ ਤਾਂ ਦੁਬਾਰਾ ਉਸਨੂੰ ਰਿਵਿਊ ਕਰਨ ਲਈ, ਠੀਕ ਹੈ, ਉਹਨੂੰ ਦੁਬਾਰਾ ਰਿਵਿਊ ਕਰਨ ਲਈ ਉਹਨਾਂ ਨੂੰ ਬ੍ਰਾਂਚ 'ਚ ਆਉਣ ਦੀ ਲੋੜ ਨਹੀਂ। ਉਹਨਾਂ ਲਈ ਇੱਕ ਐਪ ਹੀ ਬਣਾ ਦਿੱਤੀ ਗਈ ਹੈ, ਯੋਨੋ ਕ੍ਰਿਸ਼ੀ ਐਪ ਹੈ, ਜਿਸ ਵਿੱਚ ਤੁਸੀਂ ਘਰ ਬੈਠੇ ਤੁਸੀਂ ਆਪਣਾ ਜਿਹੜਾ ਤੁਹਾਡਾ ਕਿਸਾਨ ਕ੍ਰੈਡਿਟ ਸਕੀਮ ਹੈ, ਜਿਹੜੀ ਕਿਸਾਨ ਕ੍ਰੈਡਿਟ ਦਿੱਤਾ ਗਿਆ ਤੁਹਾਨੂੰ, ਉਸ ਨੂੰ ਤੁਸੀਂ ਰਿਵਿਊ ਕਰ ਸਕਦੇ ਹੋ। ਯਾਨੀ ਕਿ ਉਸ ਨੂੰ ਦੁਬਾਰਾ ਜਿਵੇਂ ਇੱਕ ਨੋਰਮਲ ਤੁਸੀਂ ਬ੍ਰਾਂਚ 'ਚ ਜਾਂਦੇ ਹੋ ਤਾਂ ਇੱਕ ਐਫ ਡੀ ਤੁਹਾਡੀ ਰੀਨਿਊ ਹੁੰਦੀ ਹੈ, ਇਸੇ ਤਰੀਕੇ ਨਾਲ ਤੁਸੀਂ ਇਹਨੂੰ ਰੀਨਿਊ ਕਰ ਸਕਦੇ ਹੋ। ਡਨ। ਕਹਿੰਦੇ ਇਸੇ ਤਰੀਕੇ ਨਾਲ ਜੇ ਮੈਂ ਗੱਲ ਕਰਾਂ ਕਿ HDFC ਬੈਂਕ ਦਾ ਸ਼ੋਰ ਹੈ KGC ਕਾਰਡ ਨਿਕਲ ਕੇ ਸਾਹਮਣੇ ਆਇਆ, ਇਹ ਤਾਂ ਮੈਂ SBI ਦੀ ਗੱਲ ਕਰ ਲਈ ਨਾ। ਉਸ ਤੋਂ ਇਲਾਵਾ ਕਹਿੰਦੇ HDFC ਬੈਂਕ ਨੇ ਸ਼ੋਰਿਆ KGC ਕਾਰਡ ਨਿਕਾਲ ਕੇ ਸਾਹਮਣੇ ਲਿਆਂਦਾ ਹੈ। ਕਹਿੰਦੇ ਆ ਲੋਨ ਪ੍ਰੋਡਕਟ ਫॉर ਦੀ ਆਰਮਡ ਫੋਰਸਿਸ ਪਰਸੋਨਲ ਟਾਰਗੇਟ ਕੀ ਹੈ ਕਿ ਉਹਨਾਂ ਦਾ 45 ਲੱਖ ਇੰਡੀਅਨ ਆਰਮਡ ਐਂਡ ਪਾਰਲੀਮੈਂਟਰੀ ਫੋਰਸਿਸ। ਦਿਸ ਪ੍ਰੋਡਕਟ ਕਮਸ ਵਿਦ ਯੂਨੀਕ ਫੀਚਰਸ ਐਂਡ ਐਲੀਜੀਬਿਲਿਟੀ ਕ੍ਰਾਈਟੀਰੀਆ ਸਪੈਸ਼ਲੀ ਕ੍ਰਾਫਟਡ ਫॉर ਪੀਪਲ ਪੋਸਟਡ ਫਾਰ ਅਵੇ ਫਰੋਮ ਦੇਅਰ ਹੋਮਸ, HDFC ਬੈਂਕ ਸੈਡ। ਠੀਕ ਹੈ, ਇਹ ਕਹਿਣਾ ਚਾਹ ਰਹੇ ਨੇ, ਕਹਿੰਦੇ ਇੱਕ KGC ਸ਼ੌਰਿਆ ਚੱਕਰ, ਸੌਰੀ ਮਾਫ ਕਰੋ ਸ਼ੌਰਿਆ ਚੱਕਰ ਕਹਿ ਗਿਆ ਮੈਂ, ਕਿਉਂਕਿ ਗੈਲੰਟਰੀ ਅਵਾਰਡ ਦੀ ਗੱਲ ਆ ਗਈ ਨਾ।
ਤਾਂ ਉਰੇ ਇਹਨਾਂ ਨੇ HDFC ਬੈਂਕ ਨੇ ਆਰਮੀ ਲਈ ਇੱਕ ਸਪੈਸ਼ਲ ਸ਼ੌਰਿਆ KGC ਕਾਰਡ ਨਿਕਾਲ ਕੇ ਸਾਹਮਣੇ ਲਿਆਂਦਾ ਹੈ ਕਿ ਇਹ ਉਹਨਾਂ ਲੋਕਾਂ ਲਈ ਨਿਕਾਲ ਕੇ ਸਾਹਮਣੇ ਲਿਆਂਦਾ ਜੋ ਆਪਣੇ ਜਿਹੜੇ ਘਰਾਂ ਤੋਂ ਬਹੁਤ ਦੂਰ ਰਹਿੰਦੇ ਨੇ। ਆਰਮੀਜ਼ ਜਿਹੜੀਆਂ ਤੁਹਾਨੂੰ ਪਤਾ ਹੀ ਹੈ ਕਿ ਉਹ ਆਪਣੇ ਉੱਥੇ ਹੀ ਕੁਆਟਰ 'ਚ ਰਹਿੰਦੇ ਨੇ, ਮਤਲਬ ਕਿ ਜਾਂ ਤਾਂ ਕੋਈ ਆਰਮੀ ਦੇ ਜਿਹੜੇ ਫੈਮਿਲੀ ਜ਼ਿਆਦਾ ਟਰਾਂਸਫਰ ਹੋ ਜਾਂਦੀ ਹੈ, ਨਹੀਂ ਤਾਂ ਉਹ ਫਿਰ ਦੂਰ ਹੀ ਰਹਿੰਦੇ ਨੇ। ਤਾਂ ਉਹਨਾਂ ਲਈ ਇਹ ਇੱਕ ਸੁਵਿਧਾ ਲਿਆ ਕੇ ਸਾਹਮਣੇ ਲਿਆਂਦੀ ਨੇ, ਠੀਕ ਹੈ। ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਅੱਗੇ, ਕਹਿੰਦੇ ਥਰੂ ਦੀ ਕਾਰਡ ਐਗਰੀਕਲਚਰ ਲੋਨਸ ਦਿੱਤੇ ਜਾ ਸਕਦੇ ਨੇ, ਵਿਲ ਗਿਵਨ ਟੂ ਦਾ ਪਰਸਨਲ ਬੇਸਡ ਔਨ ਦੇਅਰ ਲੈਂਡ ਹੋਲਡਿੰਗ ਐਂਡ ਰਿਕੁਆਇਰਮੈਂਟਸ। ਦਾ ਪ੍ਰੋਡਕਟ ਕਮਸ ਵਿਦ ਦੀ ਲਾਈਫ ਕਵਰ ਵਿਦ 10 ਲੱਖ ਅੰਗੇਜ ਦੀ 2 ਲੱਖ ਫੋਰ ਦੀ ਅਦਰ ਕਾਰਡਸ। ਡਨ, ਯਾਨੀ ਕਿ ਇੱਕ ਲਾਈਫ ਕਵਰ ਇੰਸ਼ੋਰੈਂਸ ਦਿੱਤਾ ਜਾ ਰਿਹਾ, 10 ਲੱਖ ਦਿੱਤਾ ਜਾ ਰਿਹਾ, ਠੀਕ ਹੈ। ਅਤੇ 2 ਲੱਖ ਦਿੱਤਾ ਰਿਹਾ ਅਦਰ ਕਾਰਡਸ ਲਈ। 10 ਲੱਖ ਇਹਦੇ ਲਈ ਦਿੱਤਾ ਜਾ ਰਿਹਾ, ਇਸ ਕਾਰਡ ਲਈ ਦਿੱਤਾ ਜਾ ਰਿਹਾ, ਸ਼ੌਰਿਆ KGC ਕਾਰਡ ਲਈ। ਡਨ, 2 ਲੱਖ ਜਿਹੜੇ ਨੋਰਮਲ ਦੂਜੇ ਕਾਰਡਸ ਹੁੰਦੇ ਨੇ। ਡਨ, ਹੁਣ ਤੁਹਾਨੂੰ ਨਿਊਜ਼ ਪੜ੍ਹ ਲਈ, ਨਿਊਜ਼ ਵਿੱਚੋਂ ਮੇਨਸ ਕੀ ਹੈ, ਮੇਨ ਕੀ ਹੈ ਦੱਸੋ ਮੈਨੂੰ, ਮੇਨ ਚੀਜ਼ ਤੁਹਾਨੂੰ ਕੀ ਦਿਖ ਰਹੀ ਹੈ ਉਰੇ? ਇਹ ਦਿਖ ਰਹੀ ਕਿਸਾਨ ਕ੍ਰੈਡਿਟ ਸਕੀਮ, ਯਾਨੀ ਕਿ ਆਪਾਂ ਗੱਲ ਕਰ ਰਹੇ ਹਾਂ ਕਿਸਾਨ ਕ੍ਰੈਡਿਟ ਸਕੀਮ ਦੀ ਗੱਲ ਕਰ ਰਹੇ ਹਾਂ। ਕਿਹਦੀ ਗੱਲ ਕਰ ਰਹੇ ਹਾਂ? ਕਿਸਾਨ ਕ੍ਰੈਡਿਟ ਸਕੀਮ ਦੀ ਗੱਲ ਕਰ ਰਹੇ ਹਾਂ। ਡਨ, ਹੁਣ ਜੇ ਮੈਂ ਤੁਹਾਡੇ ਸਾਹਮਣੇ ਕਿਸਾਨ ਕ੍ਰੈਡਿਟ ਸਕੀਮ ਦੀ ਗੱਲ ਕਰ ਰਿਹਾ ਤਾਂ ਇਸ ਨਿਊਜ਼ ਵਿੱਚੋਂ ਜੇ ਤੁਸੀਂ ਕੁਛ ਵੀ ਯਾਦ ਨਾ ਕਰੋ, ਮੈਂ ਜੇ ਕਹਾਂ ਕਿ ਤੁਸੀਂ ਸਿਰਫ ਸਪੋਜ਼ ਕਰੋ ਇਹੀ ਯਾਦ ਕਰ ਲਓ, ਬਾਕੀ ਕੁਛ ਵੀ ਨਾ ਦੇਖੋ, ਅਤੇ ਤੁਹਾਨੂੰ ਇੱਕ ਕਿਸਾਨ ਕ੍ਰੈਡਿਟ ਸਕੀਮ ਪਤਾ ਹੋਵੇ, ਤੁਹਾਡਾ ਆਨਸਰ ਗਲਤ ਹੋ ਹੀ ਨਹੀਂ ਸਕਦਾ, ਕਿਉਂਕਿ ਤੁਹਾਡੇ ਤੋਂ ਕੁਛ ਵੀ ਪੁੱਛ ਸਕਦਾ, ਠੀਕ ਹੈ ਨਾ। ਮਤਲਬ ਕਿ ਸਪੋਜ਼ ਕਰੋ ਤੁਹਾਡੇ ਕੋਲ ਨਿਊਜ਼ ਆਉਂਦੀ ਹੈ ਨਾ ਸਾਹਮਣੇ, ਤਾਂ ਨਿਊਜ਼ ਨੂੰ ਤੁਸੀਂ ਥੋੜ੍ਹਾ ਡਿਟੇਲ ਕਰਿਆ ਕਰੋ, ਮਤਲਬ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਇਸ ਵਿੱਚ ਕਹਿਣਾ ਕੀ ਚੱਲ ਰਿਹਾ। ਹੁਣ SBI ਕਿਸਾਨ ਕ੍ਰੈਡਿਟ ਦੀ ਗੱਲ ਕੀਤੀ ਹੈ ਉਹਨੇ, ਤਾਂ ਤੁਹਾਨੂੰ ਇੱਕ ਕਿਸਾਨ ਕ੍ਰੈਡਿਟ ਸਕੀਮ ਬਾਰੇ ਵੀ ਪਤਾ ਹੋਣਾ ਜ਼ਰੂਰੀ ਹੈ। ਉਹ ਕੀ ਸੀ, ਕਦੋਂ ਆਈ ਸੀ ਉਹ ਸਕੀਮ, ਹੈ ਨਾ, ਕਿਸ ਈਅਰ 'ਚ ਆਈ ਸੀ, ਕਿਸ ਓਬਜੈਕਟਿਵ ਲਈ ਆਈ ਸੀ। ਦੈਨ ਮੇਰਾ ਕੰਮ ਕੀ ਹੈ ਇਹਨਾਂ ਬਰਨਿੰਗ ਇਸ਼ੂਜ਼ ਦੁਆਰਾ ਕਿ ਤੁਹਾਡੀ ਜਿਹੜੀ ਬੈਕਗਰਾਊਂਡ ਹੈ ਨਾ, ਕਿਸੇ ਵੀ ਚੀਜ਼ ਨੂੰ ਸਬਜੈਕਟ ਉੱਪਰ ਬੈਕਗਰਾਊਂਡ ਉਹ ਪੱਕਾ ਹੋਣਾ ਚਾਹੀਦਾ। ਹੁਣ ਨਾਲ ਕਿਸਾਨ ਕ੍ਰੈਡਿਟ ਸਕੀਮ ਹੈ, ਹੁਣ ਇਸਦਾ ਜਿਹੜਾ ਬੈਕਗਰਾਊਂਡ ਹੈ ਉਹ ਥੋੜ੍ਹਾ ਪੱਕਾ ਹੋਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਹਾਨੂੰ ਕੋਈ ਪੁੱਛ ਲਿਆ ਕਿ ਕਿਸਾਨ ਕ੍ਰੈਡਿਟ ਜਨਾਬ ਇਹ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਕੀ ਆ ਯਾਰ, ਜੇ ਤੁਹਾਨੂੰ ਉਹਦਾ ਬੈਕਗਰਾਊਂਡ ਪਤਾ ਹੋਏਗਾ, ਤੁਹਾਨੂੰ ਮੇਰਾ ਲੈਕਚਰ ਪੜ੍ਹਿਆ ਹੋਏਗਾ, ਤੁਸੀਂ ਆਰਾਮ ਨਾਲ ਦੱਸ ਦੋਗੇ ਕਿ ਕਿਸਾਨ ਕ੍ਰੈਡਿਟ ਸਕੀਮ ਕਿਆ ਹੈ। ਓਕੇ, ਹੁਣ ਮੈਂ ਤੁਹਾਨੂੰ ਕਿਸਾਨ ਕ੍ਰੈਡਿਟ ਸਕੀਮ ਬਾਰੇ ਦੱਸਣ ਲੱਗਾ। ਡਨ, ਹੁਣ ਦੇਖੋ ਕਹਿੰਦੇ ਕਿਸਾਨ ਕ੍ਰੈਡਿਟ ਸਕੀਮ ਇਜ਼ ਦ ਕ੍ਰੈਡਿਟ ਸਕੀਮ ਇੰਟਰੋਡਿਊਸ ਕਦੋਂ ਕੀਤੀ ਗਈ ਸੀ? ਦੇਖੋ ਕਿੰਨੀ ਪੁਰਾਣੀ ਹੈ, ਅਗਸਤ 1998 'ਚ ਕੀਤੀ ਗਈ ਸੀ। ਕਿੰਨਾ ਦੁਆਰਾ? ਬਾਈ ਇੰਡੀਅਨਸ ਬੈਂਕਸ ਦੁਆਰਾ। ਦੈਨ ਇਹਦਾ ਜਿਹੜਾ ਮੋਡਲ ਸੀ ਉਹ ਕਿੰਨੇ ਪ੍ਰੀਪੇਅਰ ਕੀਤਾ ਸੀ? ਨਾਬਾਰਡ ਨੇ ਪ੍ਰੀਪੇਅਰ ਕੀਤਾ ਗਿਆ ਸੀ। ਕਿੰਨੇ ਕੀਤਾ ਸੀ? ਨਾਬਾਰਡ ਨੇ। ਨਾਬਾਰਡ ਦੀ ਫੁੱਲ ਫਾਰਮ ਕੀ ਹੈ? ਨੈਸ਼ਨਲ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਦੈਨ ਇਹ ਜਿਹੜਾ ਕਿਸਾਨ ਕ੍ਰੈਡਿਟ ਲੈ ਕੇ ਆਏ ਸੀ, ਇਹ ਕਿਹਨਾਂ ਦੀ ਰਿਕਮੈਂਡੇਸ਼ਨ ਉੱਪਰ ਲੈ ਕੇ ਆਏ ਸੀ? ਇਹ ਆਪਾਂ ਲੈ ਕੇ ਆਏ ਸੀ RV ਗੁਪਤਾ ਦੀ ਕਮੇਟੀ, ਠੀਕ ਹੈ। ਇੱਕ ਕਮੇਟੀ ਬਣਾਈ ਗਈ ਸੀ, ਉਹਦੇ ਚੇਅਰਮੈਨ ਕੌਣ ਸੀ? RV ਗੁਪਤਾ। ਉਹਨਾਂ ਨੇ ਜਦੋਂ ਐਨਾਲਾਈਜ਼ ਕੀਤਾ, ਉਹਨਾਂ ਨੇ ਦੇਖਣ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਨੇ ਇਹ ਚੀਜ਼ ਨਿਕਾਲ ਕੇ ਸਾਹਮਣੇ ਆਂਦੀ ਕਿ ਬੈਂਕਸ ਵੱਲੋਂ ਕਿਸਾਨ ਕ੍ਰੈਡਿਟ ਸਕੀਮ ਦੀ ਸੁਵਿਧਾ ਦੇਣੀ ਚਾਹੀਦੀ ਹੈ ਫਾਰਮਰਸ ਨੂੰ। ਡਨ, ਐਕਚੁਅਲੀ ਹੈ ਫਾਰਮਰਸ ਲਈ ਹੀ ਹੈ ਅਲਟੀਮੇਟਲੀ, ਠੀਕ ਹੈ। ਇਹਦਾ ਆਬਜੈਕਟਿਵ ਕੀ ਸੀ? ਇਹਦਾ ਆਬਜੈਕਟਿਵ ਇਹ ਸੀ to meet the comprehensive credit requirements of the agriculture sector and by 2019 for fisheries and animal husbandry by giving the financial support to farmers। ਯਾਨੀ ਕਿ ਕਿਸਾਨ ਕ੍ਰੈਡਿਟ ਸਕੀਮ ਦੁਆਰਾ ਆਪਾਂ ਫਾਰਮਰਸ ਨੂੰ ਜਿਹੜਾ ਫਾਈਨੈਂਸ਼ੀਅਲ ਸਪੋਰਟ ਕਰ ਸਕੀਏ, ਜੋ ਵੀ ਕ੍ਰੈਡਿਟ ਰਿਕੁਆਇਰਮੈਂਟ ਚਾਹੀਦੀਆਂ। ਮੰਨ ਲਓ ਕਿ ਕਿਸੇ ਵੀ ਚੀਜ਼ ਨੂੰ ਲੈ ਕੇ, ਮਤਲਬ ਮੈਂ ਕਿਵੇਂ ਕਹਿ ਸਕਦਾ ਕਿ ਫਾਰਮਰ ਨੂੰ ਆਪਣੇ ਬੀਜਾਂ ਲਈ ਇੰਨਾ ਪੈਸਾ ਨਹੀਂ ਹੁੰਦਾ, ਠੀਕ ਹੈ, ਉਹਨਾਂ ਬਹੁਤ ਮਹਿੰਗੇ ਹੁੰਦੇ ਆ, ਉਸ ਵਕਤ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਉਹਨਾਂ ਕੋਲ, ਤਾਂ ਉਹਨਾਂ ਨੂੰ ਲੋਨ ਲੈਣਾ ਪੈ ਜਾਂਦਾ, ਕਿਸੇ ਆੜਤੀ ਤੋਂ ਲੋਨ ਲੈ ਲੈਂਦੇ ਆ। ਦੈਨ ਕਿਸੇ ਵੀ ਬੰਦੇ ਤੋਂ ਲੋਨ ਲੈ ਲੈਂਦੇ ਆ, ਉਹ ਬੀਜਾਂ ਲਈ ਵੀ ਲੋਨ ਲੈਂਦੇ ਨੇ। ਅਤੇ ਗੌਰਮੈਂਟ ਇਹ ਚਾਹ ਰਹੀ ਸੀ ਕਿ ਉਹਨਾਂ ਨੂੰ ਇੱਕ ਕਾਰਡ ਦਿੱਤਾ ਜਾਵੇ, ਤਾਂ ਕਿ ਉਹ ਕਾਰਡ ਦੁਆਰਾ ਉਹਨਾਂ ਦੀ ਜੋ ਵੀ ਉਹਨਾਂ ਦੀ ਰਿਕੁਆਇਰਮੈਂਟਸ ਹੈ, ਉਸ ਟਾਈਮ 'ਤੇ ਇਸ ਟਾਈਮ 'ਤੇ ਹਲੇ ਉਹਨਾਂ ਕੋਲ ਮਤਲਬ ਪੈਸਾ ਨਹੀਂ ਹੈ, ਉਹਨਾਂ ਕੋਲ ਉਹਨਾਂ ਰੈਵਨਿਊ ਨਹੀਂ ਆਇਆ, ਹਲੇ ਉਹਨਾਂ ਨੇ ਖੇਤੀ ਲਗਾਉਣੀ ਸਟਾਰਟ, ਮਤਲਬ ਖੇਤੀ ਦਾ ਕੰਮ ਹਲੇ ਚੱਲ ਰਿਹਾ। ਮਤਲਬ ਜਿਵੇਂ ਸਪੋਜ਼ ਕਰੋ, ਮੈਂ ਇੰਨਾ ਐਕਸਪਲੇਨ ਇਸ ਵਿੱਚ ਜ਼ਿਆਦਾ ਨਹੀਂ ਕਰ ਪਾਵਾਂਗਾ, ਕਿਉਂਕਿ ਫਾਰਮਰ ਦੀ ਡਿਟੇਲਿੰਗ ਤਾਂ ਫਾਰਮਰ ਨੂੰ ਜ਼ਿਆਦਾ ਪਤਾ ਹੁੰਦੀ ਹੈ। ਤਾਂ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਚਾਹ ਰਿਹਾ ਕਿ ਤੁਹਾਨੂੰ ਮੈਂ ਇੱਕ ਸੈਂਸ ਸਮਝਾਉਣਾ ਚਾਹ ਰਿਹਾ ਕਿ ਫਾਰਮਰ ਨੂੰ ਜੋ ਵੀ ਰਿਕੁਆਇਰਮੈਂਟਸ ਹੁੰਦੀਆਂ ਇੱਕ ਕੰਮ ਕਰਨ ਵਕਤ, ਠੀਕ ਹੈ ਨਾ, ਖੇਤੀਬਾੜੀ ਕਰਨ ਵਕਤ ਜੋ ਵੀ ਉਹਨੂੰ ਰਿਕੁਆਇਰਮੈਂਟਸ ਹੁੰਦੀ ਹੈ, ਉਹਨਾਂ ਨੂੰ ਪੂਰਾ ਕਰਨ ਲਈ ਇੱਕ ਕਿਸਾਨ ਕ੍ਰੈਡਿਟ ਸਕੀਮ ਲੈ ਕੇ ਸਾਹਮਣੇ ਆਉਂਦੀ ਕਿ ਉਹ ਇਸ ਕ੍ਰੈਡਿਟ ਕਾਰਡ ਦੁਆਰਾ ਆਪਣੇ ਰਿਕੁਆਇਰਮੈਂਟਸ ਨੂੰ ਪੂਰਾ ਕਰ ਸਕਦੇ, ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਦਿੱਤੀ ਜਾਂਦੀ ਹੈ। ਡਨ, ਕਹਿੰਦੇ KCC ਕ੍ਰੈਡਿਟ ਹੋਲਡਰਸ ਆਰ ਕਵਰਡ ਅੰਡਰ ਦੀ ਪਰਸਨਲ ਐਕਸੀਡੈਂਟ ਇੰਸ਼ੋਰੈਂਸ, ਜੋ 50,000 ਫੋਰ ਡੈਥ ਲਿੱਤੀ ਜਾਵੇਗੀ, ਠੀਕ ਹੈ, ਅਤੇ ਪਰਮਾਨੈਂਟ ਡਿਸੇਬਿਲਿਟੀ ਲਈ, ਅਤੇ 25,000 ਰੁਪਏ ਰਿਸਕ ਫੋਰ ਅਦਰ ਰਿਸਕ ਲਈ ਦਿੱਤੀ ਜਾਵੇਗੀ। ਡਨ, ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ, ਬਸ ਤੁਹਾਨੂੰ ਇੰਨਾ ਜਾਣਨ ਦੀ ਲੋੜ ਹੈ
ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਕਿਸਾਨ ਕ੍ਰੈਡਿਟ ਸਕੀਮ ਕਦੋਂ ਦੀ ਹੈ, 1998 ਦੀ ਹੈ। ਕਮੇਟੀ ਕੌਣ ਹੈ? ਆਰ ਵੀ ਗੁਪਤਾ ਕਮੇਟੀ ਹੈ। ਕੌਣ ਲੈ ਕੇ ਆਇਆ ਸੀ ਮਾਡਲ? ਨਾਬਾਰਡ ਲੈ ਕੇ ਆਇਆ ਸੀ ਮਾਡਲ। ਇਹ ਹੈ ਕਿਹਦੇ ਲਈ ਹੈ? ਕਿ ਕ੍ਰੈਡਿਟ ਜਿਹੜੀ ਰਿਕੁਆਇਰਮੈਂਟਸ ਹੈ ਫਾਰਮਰ ਦੀ ਉਹਨਾਂ ਨੂੰ ਪੂਰਾ ਕਰਨ ਲਈ ਹੈ, ਯਾਨੀ ਕਿ ਫਾਈਨੈਂਸ਼ੀਅਲ ਸਪੋਰਟ ਦੇਣ ਲਈ ਹੈ। ਓਕੇ, ਹੁਣ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਹੁਣ ਦੇਖੋ ਅਗਲੀ ਨਿਊਜ਼ ਕੀ ਹੈ? ਅਵਾਰਡਸ ਬਾਰੇ। ਤੁਸੀਂ ਦੇਖਿਆ ਹੋਣਾ ਕਿ ਆਰਮੀਜ਼ ਨੂੰ ਅਵਾਰਡਸ ਦਿੱਤੇ ਜਾ ਰਹੇ ਨੇ। ਅਵਾਰਡਸ ਮਤਲਬ ਕਿ ਉਹਨਾਂ ਨੂੰ ਸ਼ੌਰਯ ਚੱਕਰ, ਜਿਵੇਂ ਉਰੇ ਮੈਂ ਤੁਹਾਨੂੰ ਦੱਸਿਆ 3 ਆਰਮੀ ਪਰਸੋਨਲ ਨੂੰ ਗੈਟ ਸ਼ੌਰਯ ਚੱਕਰ ਦਿੱਤਾ ਗਿਆ। ਉਰੇ ਮੈਂ ਤੁਹਾਨੂੰ ਥੋੜ੍ਹਾ ਪੜ੍ਹ ਦਿੰਦਾ ਮੈਂ। 3 ਆਰਮੀ ਪਰਸੋਨਲ ਐਂਡ ਇੰਡੀਅਨ 에ਅਰਫੋਰਸ ਆਫਿਸਰ ਵੇਅਰ ਅਮੰਗ ਦੀ 9 ਨੇਮਸ ਅਨਾਊਂਸ ਬਾਈ ਸ਼ੌਰਯ ਚੱਕਰ ਦ ਇੰਡੀਪੈਂਡੈਂਸ ਵਾਲੇ ਦਿਨ, ਕਿਉਂਕਿ ਹਮੇਸ਼ਾ ਇੰਡੀਪੈਂਡੈਂਸ ਵਾਲੇ ਦਿਨ ਅਵਾਰਡਸ ਦਿੱਤੇ ਜਾਂਦੇ ਨੇ। ਡਨ। ਅਵਾਰਡਸ ਕੰਪਰਾਈਜ਼ ਦੀ 1 ਕ੍ਰਿਤੀ ਚੱਕਰ, 9 ਸ਼ੌਰਯ ਚੱਕਰ ਐਂਡ 65 ਸੇਨਾ ਫੋਰ 4 ਜਿਹੜੇ ਸੀ ਨੌ ਸੇਨਾ ਐਂਡ 5 ਦਿੱਤੇ ਗਏ ਸੀ 5 ਵਾਯੂ ਸੇਨਾ ਮੈਡਲ ਦਿੱਤੇ ਗਏ ਸੀ ਆਰਮੀਜ਼ ਵਿੱਚ। ਠੀਕ ਹੈ, ਹੁਣ ਤੁਹਾਨੂੰ ਉਰੇ ਇਹ ਕੁਛ ਨਹੀਂ ਯਾਦ ਰੱਖਣਾ। ਤੁਹਾਨੂੰ ਉੱਥੇ ਇਹ ਕੁਐਸਚਨ ਪੁੱਛਿਆ ਜਾਵੇਗਾ ਕਿ ਮਤਲਬ ਕਿ ਸ਼ੌਰਯ ਚੱਕਰ ਕਿਹਨਾਂ ਕਿਹਨਾਂ ਨੂੰ ਦਿੱਤਾ ਗਿਆ, ਇਹ ਨਹੀਂ ਪੁੱਛਿਆ ਜਾਏਗਾ। ਪੁੱਛਿਆ ਤਾਂ ਇਹ ਜਾਏਗਾ ਸ਼ੌਰਯ ਚੱਕਰ ਕਿਸ ਲਈ ਦਿੱਤਾ ਜਾਂਦਾ, ਕਿਰਤੀ ਚੱਕਰ ਕਿਸ ਲਈ ਦਿੱਤਾ ਜਾਂਦਾ, ਵੋਰ ਟਾਈਮ ਲਈ ਕਿਹੜੇ ਅਵਾਰਡਸ ਦਿੱਤੇ ਜਾਂਦੇ ਆਰਮੀ ਨੂੰ। ਜਦੋਂ ਆਰਮੀ ਆਪਣਾ ਇੱਕ ਅੱਛਾ ਕੰਮ ਕਰਕੇ ਦਿਖਾਉਂਦੀ ਹੈ, ਯਾਨੀ ਕਿ ਵੋਰ ਦੇ ਵਕਤ ਆਪਣੇ ਆਪ ਨੂੰ ਮਤਲਬ ਕਿ ਡਿਫੈਂਡ ਕਰਕੇ ਦਿਖਾਉਂਦੀ ਹੈ ਕਿ ਆਪਣੇ ਭਾਰਤ ਲਈ ਡਿਫੈਂਡ ਕਰਦੀ ਹੈ, ਤਾਂ ਉਸ ਵਿੱਚ ਆਪਣੀ ਬਹਾਦਰੀ ਸਾਹਮਣੇ ਲੈ ਕੇ ਆਉਂਦੀ ਹੈ, ਤਾਂ ਉਸ ਵਕਤ ਕਿਹੜੇ ਕਿਹੜੇ ਅਵਾਰਡਸ ਦਿੱਤੇ ਜਾਂਦੇ ਆ। ਅਤੇ ਜੇ ਆਪਾਂ ਵੋਰ ਟਾਈਮ ਨੂੰ ਛੱਡ ਦਈਏ, ਕਿਉਂਕਿ ਵੋਰ ਤਾਂ ਕਦੀ ਕਦੀ ਹੁੰਦੀ ਹੈ, ਪੀਸ ਟਾਈਮ 'ਤੇ ਉਹਨਾਂ ਦਾ ਕੀ ਕੰਟਰੀਬਿਊਸ਼ਨ ਹੈ, ਉਸ ਲਈ ਅਵਾਰਡ ਦਿੱਤੇ ਜਾਂਦੇ ਨੇ। ਤਾਂ ਆਹ ਤੁਹਾਨੂੰ ਮੈਂ ਦੱਸਾਂਗਾ ਕਿ ਪੀਸ ਟਾਈਮ 'ਤੇ ਕਿਹੜੇ ਅਵਾਰਡਸ ਦਿੱਤੇ ਜਾਂਦੇ ਨੇ ਅਤੇ ਵੋਰ ਟਾਈਮ 'ਤੇ ਕਿਹੜੇ ਅਵਾਰਡਸ ਦਿੱਤੇ ਜਾਂਦੇ ਨੇ। ਡਨ। ਜਿਸ ਵਿੱਚ ਤੁਹਾਨੂੰ ਸ਼ੌਰਯ ਚੱਕਰ ਬਾਰੇ ਵੀ ਮੀਨਿੰਗ ਪਤਾ ਲੱਗੇਗਾ ਕਿ ਸ਼ੌਰਯ ਚੱਕਰ ਕਿਸ ਲਈ ਦਿੱਤਾ ਜਾਂਦਾ ਹੈ। ਡਨ। ਚਲੋ ਆਪਾਂ ਹੁਣ ਅਵਾਰਡਸ ਬਾਰੇ ਪੜ੍ਹਦੇ ਹਾਂ। ਦੇਖੋ ਇਹਨਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਗਲੈਂਟਰੀ ਅਵਾਰਡਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤਾਂ ਇਹ 2 ਕੈਟਾਗਰੀ ਨਾਲ ਹੁੰਦੀਆਂ ਨੇ। ਜੇ ਮੈਂ ਤੁਹਾਡੇ ਸਾਹਮਣੇ ਨਿਕਾਲ ਕੇ ਸਾਹਮਣੇ ਆਵਾਂ 2 ਮਿੰਟ, ਦੇਖੋ ਗਲੈਂਟਰੀ ਅਵਾਰਡਸ ਦਿੱਤੇ ਜਾਂਦੇ ਨੇ ਇਨ ਦਾ ਫੇਸ ਆਫ ਐਨੀਮੀ। ਡਨ। ਉਸ ਤੋਂ ਬਾਅਦ ਗਲੈਂਟਰੀ ਅਦਰ ਦੈਨ ਇਨ ਦਾ ਫੇਸ ਆਫ ਐਨੀਮੀ। ਇਹ 2 ਤਰੀਕੇ ਨਾਲ ਦਿੱਤੇ ਜਾਂਦੇ ਨੇ, ਯਾਨੀ ਕਿ ਇੱਕ ਵੋਰ ਟਾਈਮ 'ਤੇ ਇੱਕ ਪੀਸ ਟਾਈਮ 'ਤੇ। ਵੋਰ ਟਾਈਮ 'ਤੇ ਦੇਖੋ ਕਿਹੜੇ ਦਿੱਤੇ ਜਾਂਦੇ ਨੇ, ਧਿਆਨ ਨਾਲ ਪੜ੍ਹਿਓ। ਪਰਮਵੀਰ ਚੱਕਰ ਦਿੱਤਾ ਜਾਂਦਾ ਹੈ, ਮਹਾਵੀਰ ਚੱਕਰ ਦਿੱਤਾ ਜਾਂਦਾ ਹੈ, ਵੀਰ ਚੱਕਰ ਦਿੱਤਾ ਜਾਂਦਾ ਹੈ। ਵੋਰ ਟਾਈਮ 'ਤੇ ਜੋ ਆਰਮੀ ਪਰਸੋਨਲ ਵਿੱਚ ਜਿਹੜੇ ਆਰਮੀਜ਼ ਦੇ ਕੀ ਨਾਮ ਆਪਣੇ ਕੀ ਕਹਿੰਦੇ ਨੇ, ਆਰਮੀ ਦੇ ਜਿਹੜੇ ਲੋਕ ਹੈ ਜੋ ਆਰਮੀ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ, ਤਾਂ ਉਸ ਵਿੱਚ ਉਹਨਾਂ ਦੀ ਬਹਾਦਰੀ ਨੂੰ ਲੈ ਕੇ, ਠੀਕ ਹੈ, ਜਿਵੇਂ ਕੋਈ ਕਿਸੇ ਨੇ ਮਤਲਬ ਕਿ ਗਨ ਆਪਣੇ ਸੀਨੇ 'ਤੇ ਖਾਈ ਹੁੰਦੀ ਹੈ, ਠੀਕ ਹੈ, ਕਾਫੀ ਕੁਝ ਕੰਟਰੀਬਿਊਸ਼ਨ ਕਿਸੇ ਵੀ ਤਰੀਕੇ ਨਾਲ ਹੋ ਸਕਦਾ। ਸਟ੍ਰੈਟਜੀ ਨੂੰ ਲੈ ਕੇ ਹੋ ਸਕਦਾ ਹੈ। ਵੋਰ ਟਾਈਮ ਵਿੱਚ ਸਟ੍ਰੈਟਜੀ ਕਿਸੇ ਆਰਮੀ ਦੀ, ਕੋਈ ਕੈਪਟਨ ਦੀ, ਠੀਕ ਹੈ, ਲੈਫਟੀਨੈਂਟ ਦੀ, ਆਰਮੀ ਨੂੰ ਮਤਲਬ ਕਿ ਵਿੱਚ ਸਟ੍ਰੈਟਜੀ ਇੰਨੀ ਐਕਸਲੈਂਟ ਹੁੰਦੀ ਹੈ ਕਿ ਉਹ ਵਰਕ ਕਰ ਜਾਂਦੀ ਹੈ। ਉਸ ਟਾਈਮ 'ਤੇ ਅਵਾਰਡਸ ਦੇਣੇ, ਉਸ ਦੀ ਬਹਾਦਰੀ ਨੂੰ ਲੈ ਕੇ ਅਵਾਰਡ ਦੇਣਾ, ਕਾਫੀ ਤਰੀਕੇ ਨਾਲ ਕਹਿ ਸਕਦੇ ਹੋ ਤੁਸੀਂ। ਡਨ। ਤਾਂ ਬਸ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਵੋਰ ਟਾਈਮ 'ਤੇ ਕਿਹੜੇ ਅਵਾਰਡਸ ਦਿੱਤੇ ਜਾਂਦੇ ਨੇ। ਪਰਮਵੀਰ ਚੱਕਰ ਦਿੱਤਾ ਜਾਂਦਾ ਹੈ, ਮਹਾਵੀਰ ਚੱਕਰ ਦਿੱਤਾ ਜਾਂਦਾ ਹੈ, ਵੀਰ ਚੱਕਰ ਦਿੱਤਾ ਜਾਂਦਾ ਹੈ। ਓਕੇ। ਉਸ ਤੋਂ ਇਲਾਵਾ ਕਹਿੰਦੇ ਜੇ ਆਪਾਂ ਪੀਸ ਟਾਈਮ ਦੀ ਗੱਲ ਕਰੀਏ, ਉਸ ਵਿੱਚ ਅਸ਼ੋਕ ਚੱਕਰ ਦਿੱਤਾ ਜਾਂਦਾ, ਕੀਰਤੀ ਚੱਕਰ ਦਿੱਤਾ ਜਾਂਦਾ, ਸ਼ੌਰਯ ਚੱਕਰ ਦਿੱਤਾ ਜਾਂਦਾ। ਡਨ। ਕਹਿੰਦੇ ਹਮੇਸ਼ਾ ਜਿਹੜੇ ਹਮੇਸ਼ਾ ਆਪਣੇ ਪੋਸਟ ਇੰਡੀਪੈਂਡੈਂਸ ਤੋਂ ਬਾਅਦ ਸਟਾਰਟ ਹੋ ਚੁੱਕੇ ਸੀ। ਠੀਕ ਹੈ, ਜਦੋਂ ਭਾਰਤ ਆਜ਼ਾਦ ਹੋਇਆ ਉਸ ਵਕਤ ਤੋਂ ਸਟਾਰਟ ਹੋ ਚੁੱਕੇ ਸੀ। ਠੀਕ ਹੈ। ਹੁਣ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ, ਜੇ ਮੈਂ ਪੀਸ ਟਾਈਮ ਦੀ ਗੱਲ ਕਰਾਂ, ਕਹਿੰਦੇ ਜਿਹੜੇ ਆ ਸ਼ੌਰਯ ਚੱਕਰ ਨੇ ਅਤੇ ਕੀਰਤੀ ਚੱਕਰ ਨੇ, ਅਤੇ ਸ਼ੌਰਯ ਚੱਕਰ, ਕੀਰਤੀ ਚੱਕਰ ਅਤੇ ਅਸ਼ੋਕਾ ਚੱਕਰ, ਇਹ ਰੀਨੇਮਡ ਹੋਏ ਨੇ। ਕਦੋਂ ਹੋਏ ਨੇ? ਜਨਵਰੀ 1967 ਵਿੱਚ ਹੋਏ ਨੇ। ਠੀਕ ਹੈ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਰਮਵੀਰ ਚੱਕਰ, ਜਿਹੜਾ ਮਹਾਵੀਰ ਚੱਕਰ ਹੈ, ਠੀਕ ਹੈ, ਅਤੇ ਵੀਰ ਚੱਕਰ ਹੈ। ਇਸ ਤੋਂ ਇਲਾਵਾ ਜਿਹੜੇ ਅਸ਼ੋਕਾ ਚੱਕਰ ਨੇ, ਕੀਰਤੀ ਚੱਕਰ ਨੇ ਅਤੇ ਸ਼ੌਰਯ ਚੱਕਰ ਨੇ, ਇਹਨਾਂ ਦੀ ਮਤਲਬ ਕਿ ਇਹ ਕਿਸ ਤਰ੍ਹਾਂ ਮਿਲਦੇ ਨੇ, ਮਤਲਬ ਇਹਨਾਂ ਦੀ ਐਲੀਜੀਬਿਲਿਟੀ ਕਿਆ ਹੈ। ਜੇ ਮੈਂ ਕਹਿਣ ਦੀ ਕੋਸ਼ਿਸ਼ ਕਰਾਂ ਤਾਂ ਆਪਾਂ ਪਹਿਲੀ ਕੈਟਾਗਰੀ ਦੇਖਦੇ ਹਾਂ ਕਿ ਜੋ ਵੋਰ ਟਾਈਮ ਦੀ ਨੇ। ਤਾਂ ਵੋਰ ਟਾਈਮ 'ਚ ਜੇ ਤੁਸੀਂ ਦੇਖਣਾ ਚਾਹੋ, ਕਹਿੰਦੇ ਦਾ ਫੋਲੋਇੰਗ ਕੈਟਾਗਰੀਜ਼ ਆਫ ਦੀ ਪਰਸਨ ਸ਼ੈਲ ਬੀ ਐਲੀਜੀਬਲ ਫੋਰ ਦੀ ਪਰਮਵੀਰ ਚੱਕਰ, ਮਹਾਵੀਰ ਚੱਕਰ ਅਤੇ ਵੀਰ ਚੱਕਰ। ਤਾਂ ਕਹਿੰਦੇ ਕੌਣ ਕੌਣ ਹੋ ਸਕਦੇ ਨੇ? ਕਹਿੰਦੇ ਆਫਿਸਰ ਐਂਡ ਮੈਨ ਐਂਡ ਵੂਮਨ ਆਫ ਆਲ ਰੈਂਕਸ ਇਨ ਦ ਨੇਵਲ, ਠੀਕ ਹੈ, ਮਿਲਟਰੀ ਐਂਡ ਏਅਰ ਫੋਰਸਿਸ ਆਫ ਐਨੀ ਆਫ ਦੀ ਰਿਜ਼ਰਵ ਫੋਰਸਿਸ, ਦ ਟੈਰੀਟੋਰੀਅਲ ਆਰਮੀ, ਮਿਲੀਸ਼ੀਆ ਆਫ ਐਨੀ ਅਦਰ ਲੌਫੁਲ ਕੌਨਸਟੀਟਿਊਟਡ ਆਰਮਡ ਫੋਰਸਿਸ। ਯਾਨੀ ਕਿ ਸਾਰੀ ਆਰਮੀਜ਼ ਲਈ ਹੈ, ਭਾਵੇਂ ਉਹ ਨੇਵੀ ਵਿੱਚ ਨੇ, ਭਾਵੇਂ ਏਅਰ ਫੋਰਸਿਸ ਵਿੱਚ ਨੇ, ਭਾਵੇਂ ਮਿਲਟਰੀ ਵਿੱਚ ਨੇ। ਠੀਕ ਹੈ। ਉਸ ਤੋਂ ਇਲਾਵਾ ਕਹਿੰਦੇ ਮੈਟਰਨ ਸਿਸਟਰਸ, ਨਰਸਿਸ ਐਂਡ ਸਟਾਫ ਆਫ ਦੀ ਨਰਸਿੰਗ ਸਰਵਿਸਿਜ਼ ਐਂਡ ਅਦਰ ਸਰਵਿਸ ਪਰਟੇਨਿੰਗ ਟੂ ਦਾ hospitals and nursing and civilians of the
ਆਈਦਰ ਸੈਕਸ ਸਰਵਿਸ ਰੈਗੂਲਰਲੀ ਔਰ ਟੈਂਪਰਲੀ ਅੰਡਰ ਦੀ ਆਰਡਰਸ ਡਾਇਰੈਕਸ਼ਨਸ ਔਰ ਸੁਪਰਵਿਜ਼ਨ ਆਫ ਐਨੀ ਆਫ ਦੀ ਅਬਵ ਮੈਂਸ਼ਨਡ। ਠੀਕ ਹੈ, ਮਤਲਬ ਇਸ ਦੀ ਐਲੀਜੀਬਿਲਿਟੀ ਕੀ ਹੈ, ਕਿਸ ਤਰ੍ਹਾਂ ਮਿਲਦਾ ਤੁਹਾਨੂੰ ਪਰਮਵੀਰ ਚੱਕਰ? ਪਰਮਵੀਰ ਚੱਕਰ ਸਭ ਤੋਂ ਉੱਪਰ ਹੁੰਦਾ, ਉਸ ਤੋਂ ਬਾਅਦ ਮਹਾਂਵੀਰ ਚੱਕਰ ਮਿਲਦਾ, ਉਸ ਤੋਂ ਬਾਅਦ ਵੀਰ ਚੱਕਰ ਹੁੰਦਾ। ਪਰਮਵੀਰ ਚੱਕਰ ਜਿਹੜਾ ਸਭ ਤੋਂ ਬੈਸਟ ਰੈਂਕ 'ਤੇ ਹੁੰਦਾ, ਸਭ ਤੋਂ ਉੱਪਰਲੀ ਰੈਂਕ 'ਤੇ ਹੁੰਦਾ, ਜਿਹੜਾ ਅਵਾਰਡ ਕੀਤਾ ਉਹ ਉਹਨਾਂ ਕਿਹਨਾਂ ਨੂੰ ਦਿੱਤਾ ਜਾਂਦਾ ਹੈ? ਕਹਿੰਦੇ ਮੋਸਟ ਕੰਸਪੀਸ਼ੀਅਸ ਬਰੇਵਰੀ ਔਰ ਸਮ ਡੇਅਰਿੰਗ ਔਰ ਪ੍ਰੀ ਇਮੀਨੈਂਟ ਐਕਟ ਆਫ ਵੈਲੋਰ ਔਰ ਸੈਲਫ ਸੈਕਰੀਫਾਈਸਿਸ ਇਨ ਦਾ ਪ੍ਰੈਸੈਂਸ ਆਫ ਦੀ ਐਨਮੀ। ਠੀਕ ਹੈ, ਵੈਦਰ ਔਨ ਲੈਂਡ, ਐਟ ਸੀ ਔਰ ਇਨ ਦਾ ਏਅਰ। ਠੀਕ ਹੈ, ਉਸ ਤੋਂ ਬਾਅਦ ਮਹਾਂਵੀਰ ਚੱਕਰ ਮਿਲਦਾ। ਇਹ ਕਿਸ ਲਈ ਮਿਲਦਾ? ਇਹ ਕਹਿੰਦੇ ਅਵਾਰਡਡ ਫॉर ਐਕਟਸ ਆਫ ਕੰਸਪੀਸ਼ੀਅਸ ਗਲੈਂਟਰੀ ਇਨ ਦਾ ਪ੍ਰੈਸੈਂਸ ਆਫ ਦੀ ਐਨਮੀ, ਵੈਦਰ ਔਨ ਲੈਂਡ, ਐਟ ਸੀ ਔਰ ਇਨ ਦਾ ਏਅਰ। ਉਸ ਤੋਂ ਬਾਅਦ ਵੀਰ ਚੱਕਰ ਮਿਲਦਾ ਹੈ, ਇਜ਼ ਅਵਾਰਡਡ ਫॉर ਐਕਟਸ ਆਫ ਗਲੈਂਟਰੀ ਇਨ ਦਾ ਪ੍ਰੈਸੈਂਸ ਆਫ ਐਨਮੀ, ਵੈਦਰ ਔਨ ਲੈਂਡ, ਐਟ ਸੀ ਔਰ ਔਨ ਲੈਂਡ ਔਰ ਐਟ ਸੀ ਔਰ ਇਨ ਦਾ ਏਅਰ। ਠੀਕ ਹੈ, ਉਸ ਤੋਂ ਬਾਅਦ ਇਸੇ ਤਰੀਕੇ ਨਾਲ ਅਸ਼ੋਕਾ, ਕੀਰਤੀ ਚੱਕਰ ਅਤੇ ਸ਼ੌਰਯ ਚੱਕਰ ਮਿਲਦੇ ਆ ਜੋ ਪੀਸ ਟਾਈਮ 'ਤੇ ਮਿਲਦੇ ਨੇ। ਦੈਨ ਉਹਨਾਂ ਲਈ ਵੀ ਇਹੀ ਐਲੀਜੀਬਿਲਿਟੀ ਕ੍ਰਾਈਟੀਰੀਆ, ਬਸ ਉੱਥੇ ਐਨਮੀ ਦੀ ਗੱਲ ਨਹੀਂ ਆਉਂਦੀ ਸਾਹਮਣੇ। ਡਨ। ਠੀਕ ਹੈ, ਹੁਣ ਇਹਦਾ ਕਹਿੰਦਾ ਸਿਲੈਕਸ਼ਨ ਪ੍ਰੋਸੈਸ ਕੀ ਹੈ, ਯਾਨੀ ਕਿ ਕਿਸ ਤਰ੍ਹਾਂ ਚੁਣੇ ਜਾਂਦੇ ਨੇ। ਮਤਲਬ ਕਿ ਐਲੀਜੀਬਿਲਿਟੀ ਤਾਂ ਪਤਾ ਲੱਗ ਗਈ ਕਿ ਇਸ ਅਵਾਰਡ ਲਈ ਇਹ ਐਲੀਜੀਬਿਲਿਟੀ ਮਤਲਬ ਬਣਦੀ ਹੈ, ਯਾਨੀ ਕਿ ਜਿਵੇਂ ਸਪੋਜ਼ ਕਰੋ ਕੋਈ ਪੋਸਟ ਨਿਕਲਦੀ ਹੈ ਸਾਡੇ ਸਾਹਮਣੇ, ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਪੋਸਟ ਜਦੋਂ ਨਿਕਲਦੀ ਹੈ ਤਾਂ ਉਸਦੀ ਇੱਕ ਐਲੀਜੀਬਿਲਿਟੀ ਕੁਆਲੀਫਿਕੇਸ਼ਨ ਹੁੰਦੀ ਹੈ ਕਿ ਤੁਹਾਡੇ ਕੋਲ ਇਹ ਚੀਜ਼ਾਂ ਹੋਣੀ ਚਾਹੀਦੀ ਹੈ, ਤੁਹਾਡੀ ਇਸ 'ਚ ਤੁਹਾਨੂੰ ਕੁਝ ਕਰਕੇ ਦਿਖਾਇਆ ਹੋਣਾ ਚਾਹੀਦਾ, ਭਾਵੇਂ ਉਹ ਐਨਮੀ ਦੇ ਸਾਹਮਣੇ, ਭਾਵੇਂ ਅਦਰ ਦੈਨ ਐਨਮੀ ਦੇ ਸਾਹਮਣੇ, ਯਾਨੀ ਕਿ ਪੀਸ ਟਾਈਮ 'ਤੇ ਜਾਂ ਵੋਟ ਟਾਈਮ 'ਤੇ। ਉਸ ਤੋਂ ਇਲਾਵਾ ਸਿਲੈਕਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ, ਮਤਲਬ ਕਿਸ ਤਰ੍ਹਾਂ ਮਤਲਬ ਤੁਹਾਡੇ ਨਾਮ ਸਾਹਮਣੇ ਨਿਕਲ ਕੇ ਸਾਹਮਣੇ ਆਉਂਦੇ ਨੇ। ਤਾਂ ਉਹ ਕਹਿਣਾ ਚਾਹ ਰਹੇ ਨੇ, ਕਹਿੰਦੇ ਮਿਨਿਸਟਰੀ ਆਫ ਦੀ ਡਿਫੈਂਸ ਇਨਵਾਈਟਸ ਦੀ ਰਿਕਮੈਂਡੇਸ਼ਨ ਟਵਾਈਸ ਇਨ ਅ ਈਅਰ from the armed forces and union ministry of the home affairs for gallantry awards, and the recommendation are invited normally in the month of August for the awards to be announced on the occasion of Republic Day, and in the month of the March for the awards to be announced on the occasion of the Independence Day। ਸੋਰੀ ਉਹ ਮਾਰਚ ਨਹੀਂ ਆਏਗਾ, ਹਾਂ ਠੀਕ ਹੈ ਮਾਰਚ 'ਚ ਹੀ ਆਏਗਾ, ਕਿਉਂਕਿ ਮਾਰਚ 'ਚ ਪਹਿਲੇ ਇੱਕ ਵਾਰੀ ਪਤਾ ਲੱਗ ਜਾਂਦਾ ਨਾ, ਫਿਰ ਅਗਸਤ 'ਚ ਦਿੱਤੇ ਜਾਂਦੇ ਨੇ। ਠੀਕ ਹੈ, ਤਾਂ ਉਹ ਤੁਹਾਨੂੰ ਪਤਾ ਲੱਗੇ ਕਿਹੜੀ ਕਿਹੜੀ ਮਿਨਿਸਟਰੀ ਇਨਵੋਲਡ ਹੈ। ਮਿਨਿਸਟਰੀ ਆਫ ਡਿਫੈਂਸ ਇਨਵੋਲਡ ਹੈ, ਠੀਕ ਹੈ, ਮਿਨਿਸਟਰੀ ਆਫ ਹੋਮ ਅਫੇਅਰਸ ਇਨਵੋਲਡ ਹੈ। ਡਨ। ਉਸ ਤੋਂ ਬਾਅਦ ਤੁਹਾਨੂੰ ਇਸ ਤੋਂ ਜ਼ਿਆਦਾ ਜਾਣਨ ਦੀ ਲੋੜ ਨਹੀਂ ਹੈ, ਮਿਨਿਸਟਰੀ ਬਾਰੇ ਪਤਾ ਹੋਣਾ ਚਾਹੀਦਾ ਹੈ, ਇਸ ਤੋਂ ਜ਼ਿਆਦਾ ਤੁਹਾਨੂੰ ਜਾਣਨ ਦੀ ਲੋੜ ਨਹੀਂ ਹੈ। ਓਕੇ, ਹੁਣ ਉਸ ਤੋਂ ਇਲਾਵਾ ਅਗਲਾ ਜਿਹੜਾ ਆਪਣਾ ਟੌਪਿਕ ਹੈ ਉਹ ਹੈਗਾ ਕੰਸੀਡਰ ਮੋਰ ਲੈਂਗੁਏਜ ਇਨ ਗੌਰਮੈਂਟ। ਇਹਦਾ ਕੀ ਮਤਲਬ ਹੋਇਆ? ਕਹਿੰਦੇ ਸਾਡੇ ਜਿਹੜੇ ਚੀਫ ਜਸਟਿਸ ਨੇ, ਪਤਾ ਨਾ ਕਿਹੜੇ ਨੇ, ਐਸ ਏ ਬੋੜਵੇ, ਯਾਨੀ ਕਿ ਸ਼ਰਦ ਏ ਬੋੜਵੇ। ਠੀਕ ਹੈ, ਉਹਨਾਂ ਨੇ ਕਿਹਾ, ਕਹਿੰਦੇ ਗੌਰਮੈਂਟ ਸ਼ੁੱਡ ਕੰਸੀਡਰ ਦੀ ਅਮੈਂਡਿੰਗ ਦੀ ਓਫੀਸ਼ੀਅਲ ਲੈਂਗੁਏਜ ਆਫ ਐਕਟ ਆਫ 1963। ਹੁਣ ਤੁਹਾਨੂੰ ਪਤਾ ਲੱਗ ਗਿਆ ਜਿਹੜਾ ਓਫੀਸ਼ੀਅਲ ਲੈਂਗੁਏਜ ਐਕਟ ਹੈ ਉਹ ਕਿਹੜਾ ਹੈ? 1963 ਹੈ। ਕਹਿੰਦੇ ਉਸ ਨੂੰ ਕਹਿੰਦੇ ਤੁਸੀਂ ਅਮੈਂਡ ਕਰੋ ਤਾਂ ਕਿ ਇਸ ਵਿੱਚ ਹੋਰ ਵਰਨੈਕੂਲਰ ਲੈਂਗੁਏਜ ਨੂੰ ਇਨਵੋਲਵ ਕਰੋ। ਠੀਕ ਹੈ, ਕਿਉਂ ਇਨਵੋਲਵ ਕਰੋ ਤੁਹਾਨੂੰ ਮੈਂ ਦੱਸਦਾ ਕਿ ਇਹ ਚੀਫ ਜਸਟਿਸ ਸਾਡੇ ਕਿਉਂ ਕਹਿ ਰਹੇ ਨੇ ਕਿ ਤੁਸੀਂ ਆਪਣੀ ਜਿਹੜੀਆਂ 22 ਲੈਂਗੁਏਜਸ ਨੇ ਇੰਡੀਆ ਵਿੱਚ, ਉਸ ਵਿੱਚ ਤੁਹਾਨੂੰ ਹੋਰ ਲੈਂਗੁਏਜ ਇਨਕਲੂਡ ਕਰਨੀਆਂ ਚਾਹੀਦੀਆਂ। ਕਿਉਂ ਕਰਨੀਆਂ ਚਾਹੀਦੀਆਂ ਤੁਹਾਨੂੰ ਮੈਂ ਹੁਣੀ ਦੱਸਦਾ। ਠੀਕ ਹੈ, ਸਭ ਕੁਝ ਪਤਾ ਲੱਗੇਗਾ ਤੁਹਾਨੂੰ। ਕਹਿੰਦੇ ਕੋਰਟ ਵਾਸ ਹੀਅਰਿੰਗ ਔਨ ਅਪੀਲ ਫਾਈਲਡ ਬਾਈ ਯੂਨੀਅਨ ਆਫ ਇੰਡੀਆ ਚੈਲੰਜਿੰਗ ਦੀ ਲੀਗੈਲਿਟੀ ਆਫ ਦੀ ਦਿੱਲੀ ਹਾਈ ਕੋਰਟ ਜਜਮੈਂਟ ਆਫ ਦੀ June 30 ਟੂ ਟ੍ਰਾਂਸਲੇਟ ਦੀ ਡਰਾਫਟ environment impact assessment notification of 2020 into all vernacular languages in the 8th schedule of the constitution। ਹੁਣ ਤੁਹਾਨੂੰ ਪਤਾ ਹੋਏਗਾ ਆਪਣਾ এনवायरमेंट ਇੰਪੈਕਟ ਅਸੈਸਮੈਂਟ ਚੱਲ ਰਿਹਾ, ਠੀਕ ਹੈ, ਉਹਦਾ ਡਰਾਫਟ ਚੱਲ ਰਿਹਾ। ਡਨ। ਇਹ ਕਾਹਦੇ ਲਈ ਹੁੰਦਾ ਕਿ ਸਪੋਜ਼ ਕਰੋ ਕੋਈ ਵੀ ਪ੍ਰੋਜੈਕਟਸ ਆਉਂਦੇ ਆਪਣੇ ਇੰਡੀਆ ਵਿੱਚ, ਡਿਵੈਲਪਮੈਂਟ ਪ੍ਰੋਜੈਕਟਸ ਆਉਂਦੇ ਆ ਨਾ, ਭਾਵੇਂ ਉਹ ਕੋਈ ਪ੍ਰਾਈਵੇਟ ਸੈਕਟਰ ਲੈ ਕੇ ਆਵੇ, ਭਾਵੇਂ ਕੋਈ ਗੌਰਮੈਂਟ ਸੈਕਟਰ ਲੈ ਕੇ ਆਵੇ, ਮਤਲਬ ਕਿ ਪ੍ਰੋਜੈਕਟਸ ਲਗਾਉਣ ਲਈ, ਜਿਵੇਂ ਕਿੱਥੇ ਕੋਈ ਪਾਵਰ ਪਲਾਂਟ ਲਗਾਉਣ ਲਈ ਜਾਂ ਕੋਈ ਇਰੀਗੇਸ਼ਨ ਵਾਲਾ ਕੰਮ ਕਰਨ ਲਈ ਜਾਂ ਕੋਈ ਡੈਮਸ ਲਗਾਉਣ ਲਈ ਲੈ ਕੇ ਆਉਂਦੇ ਨੇ। ਕਹਿੰਦੇ ਇੰਨਾ ਡੈਮਸ ਲਗਾਉਣੇ ਜਾਂ ਇਰੀਗੇਸ਼ਨ ਦੇ ਡਿਵੈਲਪਮੈਂਟਸ ਲਈ ਜਾਂ ਆਪਾਂ ਨੋਰਮਲ ਵੀ ਕਿਸੇ ਵੀ ਚੀਜ਼ ਦੇ ਜਿਸ ਨਾਲ ਭਾਰਤ ਦੀ ਡਿਵੈਲਪਮੈਂਟ ਵੱਧਦੀ ਹੈ, ਉਸ ਨੂੰ ਲੈ ਕੇ ਆਪਾਂ ਕੁਛ ਵੀ ਕਰਦੇ ਹਾਂ। ਕਹਿੰਦੇ ਉਸ ਵਿੱਚ এনवायरमेंट ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ এনवायरमेंट ਦਾ ਨੁਕਸਾਨ ਨਾ ਹੋਵੇ। ਉਸ ਨੂੰ ਲੈ ਕੇ ਹਰੇਕ ਵਾਰੀ ਇਹ ਦੇਖਿਆ ਜਾਂਦਾ ਹੈ ਕਿ এনवायरमेंट ਇੰਪੈਕਟ ਅਸੈਸਮੈਂਟ ਤਿਆਰ ਕੀਤਾ ਜਾਂਦਾ, ਇੱਕ ਡਰਾਫਟ ਤਿਆਰ ਕੀਤਾ ਜਾਂਦਾ, ਉਸ ਵਿੱਚ ਰੂਲਸ ਐਂਡ ਰੈਗੂਲੇਸ਼ਨ ਤਿਆਰ ਕੀਤੇ ਜਾਂਦੇ ਕਿ ਕਿਸ ਹੱਦ ਤੱਕ ਕਿਹੜੇ ਪ੍ਰੋਜੈਕਟਸ ਮਤਲਬ ਕਿ ਬਣਾਏ ਜਾ ਸਕਦੇ ਨੇ, ਇੱਥੇ ਤੱਕ ਬਣਾਏ ਜਾ ਸਕਣ ਤਾਂ ਕਿ এনवायरमेंट ਉੱਪਰ ਮਤਲਬ ਕਿ এনवायरमेंट ਦੀ ਪ੍ਰੋਟੈਕਸ਼ਨ ਕੀਤੀ ਜਾ ਸਕੇ, এনवायरमेंट ਦੀ ਹਾਨੀ ਨਾ ਹੋਵੇ। ਦੈਨ ਤਾਂ ਉਸ ਵਿੱਚ ਚੀਫ ਜਸਟਿਸ ਇਹ ਕਹਿ ਰਹੇ ਨੇ ਕਿ ਇਹਨਾਂ 'ਚ ਮੋਰ ਲੈਂਗੁਏਜਸ ਪਾਉਣੀਆਂ ਚਾਹੀਦੀਆਂ ਨੇ। ਹੁਣ ਆਪਣੇ 22 ਲੈਂਗੁਏਜਸ ਤਾਂ ਹੈ, ਹੋਰ ਲੈਂਗੁਏਜਸ ਵੀ ਆਪਾਂ ਨੂੰ ਐਡ ਕਰਨੀਆਂ ਚਾਹੀਦੀਆਂ ਨੇ। ਯਾਨੀ ਕਹਿਣ ਦਾ ਭਾਵ ਤੁਹਾਨੂੰ ਪਤਾ ਹੋਏਗਾ ਕਿ ਜਿਹੜਾ 8th ਸ਼ਡਿਊਲ ਆ ਆਪਣਾ ਉਹ ਲੈਂਗੁਏਜਸ ਲਈ ਹੈ ਨਾ, ਲੈਂਗੁਏਜਸ ਲਈ। ਉਸ ਵਿੱਚ ਕਿੰਨੀਆਂ ਆਪਣੀ ਟੋਟਲ ਲੈਂਗੁਏਜਸ 22 ਲੈਂਗੁਏਜਸ ਹੈ। ਹੁਣ 22 ਲੈਂਗੁਏਜ ਵਿੱਚ ਉਹ ਹੋਰ ਐਡ ਕਰਵਾਉਣਾ ਚਾਹੁੰਦੇ ਤਾਂ ਕਿ ਜਿਹੜਾ ਇਕਨੋਮਿਕ
ਸੌਰੀ ਇਕਨੋਮੀ ਕਹਿ ਗਿਆ ਮੈਂ ਗਲਤੀ ਨਾਲ। এনवायरमेंट ਇੰਪੈਕਟ ਅਸੈਸਮੈਂਟ ਹੈ ਜਿਹੜਾ ਡਰਾਫਟ ਹੈ ਉਹ ਹੋਰ ਬਾਕੀ ਲੋਕਾਂ ਤੱਕ ਵੀ ਪਹੁੰਚਾਇਆ ਜਾ ਸਕੇ। ਜਿਵੇਂ ਸਾਊਥ ਵਿੱਚ ਰਹਿਣ ਵਾਲੇ ਕਈ ਐਸੇ ਲੋਕ ਹੈ ਜਿਨ੍ਹਾਂ ਨੂੰ ਨਹੀਂ ਪਤਾ, ਜਿਨ੍ਹਾਂ ਨੂੰ ਆਪਣੀ ਲੈਂਗੁਏਜ ਵਿੱਚ ਆਪਣੇ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਦੇ ਜਿਹੜੇ ਏਰੀਆ ਵਿੱਚ ਕੁਝ ਵੀ ਡਿਵੈਲਪਮੈਂਟ ਕੀਤੀ ਜਾਏਗੀ ਤਾਂ ਉਸ ਨੂੰ ਲੈ ਕੇ ਸਾਡੇ এনवायरमेंट ਦੀ ਪ੍ਰੋਟੈਕਸ਼ਨ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ, ਕਿ এনवायरमेंट ਨੂੰ ਬਿਲਕੁਲ ਨਜ਼ਰਅੰਦਾਜ਼ ਤਾਂ ਕੀਤਾ ਜਾ ਰਿਹਾ, ਉਸ ਦੀ ਇਨਫੋਰਮੇਸ਼ਨ ਪੂਰੇ ਇੰਡੀਆ ਵਿੱਚ ਪਹੁੰਚਾਈ ਜਾ ਸਕੇ। ਇਸ ਲਈ ਕਹਿ ਰਹੇ ਨੇ ਕਿ ਜਿਹੜੀ ਆਪਣੀ ਲੈਂਗੁਏਜਸ ਹੈ ਉਹਨਾਂ ਵਿੱਚ ਹੋਰ ਲੈਂਗੁਏਜ ਐਡ ਕਰੋ ਤਾਂ ਕਿ ਜਿਹੜੀ ਇਹ ਡਰਾਫਟ ਪਾਲਿਸੀਜ਼ ਹੈ ਹੋਰਾਂ ਲੋਕਾਂ ਤੱਕ ਵੀ ਪਹੁੰਚੇ, ਉਹਨਾਂ ਨੂੰ ਵੀ ਸਾਡੀ ਡਰਾਫਟ ਪਾਲਿਸੀਜ਼ ਬਾਰੇ ਪਤਾ ਲੱਗੇ, ਉਹ ਵੀ ਆਪਣਾ ਓਪੀਨੀਅਨ ਦੇ ਪਾਉਣ। ਨਹੀਂ ਤਾਂ ਇਵੇਂ ਉਹ ਓਪੀਨੀਅਨ ਨਹੀਂ ਦੇ ਪਾਉਣਗੇ। ਤਾਂ ਉਰੇ ਉਹਨਾਂ ਨੇ ਕਿਹਾ ਕਿ ਜਿਹੜਾ 1963 ਦਾ ਆਪਣਾ ਓਫੀਸ਼ੀਅਲ ਲੈਂਗੁਏਜ ਐਕਟ ਹੈ ਉਸ ਨੂੰ ਅਮੈਂਡ ਕਰੋ ਅਤੇ 8 ਸ਼ਡਿਊਲ ਵਿੱਚ ਜਿਹੜੇ 22 ਵਰਨੈਕੂਲਰ ਲੈਂਗੁਏਜ ਹੈ ਉਸ ਵਿੱਚ ਹੋਰ ਐਡ ਕਰੋ ਲੈਂਗੁਏਜਸ। ਠੀਕ ਹੈ, ਕਿਉਂਕਿ ਜਿਹੜਾ এনवायरमेंट ਇੰਪੈਕਟ ਅਸੈਸਮੈਂਟ ਨਾ ਇਹ ਹਲੇ ਮਤਲਬ ਕਿ ਰਿਵਿਊ ਆਪਸ਼ਨ 'ਚ ਚੱਲ ਰਿਹਾ ਕਿ ਲੋਕਾਂ ਤੋਂ ਕੀ ਨਾਮ ਹੈ ਕੀ ਕਹਿੰਦੇ ਨੇ ਉਹਨੂੰ, ਮਤਲਬ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦੇ ਪੁਆਇੰਟਸ ਲਿੱਤੇ ਜਾ ਰਹੇ ਨੇ, ਉਹਨਾਂ ਦਾ ਫੀਡਬੈਕ ਲਿੱਤਾ ਜਾ ਰਿਹਾ ਕਿ এনवायरमेंट 'ਚ ਤੁਹਾਡਾ ਕੀ ਮੋਟਿਵ ਹੈ, ਤੁਸੀਂ ਕੀ ਚਾਹੁੰਦੇ ਹੋ ਕਿ এনवायरमेंट ਨੂੰ ਕਿਸ ਤਰ੍ਹਾਂ ਧਿਆਨ 'ਚ ਰੱਖਿਆ ਜਾ ਸਕੇ। ਤਾਂ ਇਸ ਵਿੱਚ ਜਸਟਿਸ ਨੇ ਕਿਹਾ ਕਿ ਅਸੀਂ ਜਿਵੇਂ ਆਪਾਂ ਫੀਡਬੈਕ ਲੈ ਰਹੇ ਨੇ ਆਪਾਂ ਨੇ ਪੂਰੇ ਆਲ ਓਵਰ ਇੰਡੀਆ ਦਾ ਫੀਡਬੈਕ ਲੈਣਾ ਚਾਹੀਦਾ ਹੈ। ਕੋਈ ਐਸੀ ਸੁਸਾਇਟੀ ਜਾਂ ਕੋਈ ਐਸਾ ਗਰੁੱਪ ਵਿਛੜ ਨਾ ਜਾਵੇ ਕਿ ਉਹ ਆਪਣਾ ਕੰਟਰੀਬਿਊਸ਼ਨ ਦੇ ਪਾਵੇ। ਤਾਂ ਇਸ ਲਈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕੰਟਰੀਬਿਊਸ਼ਨ ਹੋਵੇ, ਇਸ ਕਰਕੇ ਸਾਨੂੰ ਲੈਂਗੁਏਜ ਵਿੱਚ ਇਹ ਐਡ ਕਰਨਾ ਚਾਹੀਦਾ ਹੈ। ਯਾਨੀ ਕਿ ਮੋਰ ਲੈਂਗੁਏਜ ਹੋਣਗੀਆਂ ਤਾਂ ਅਸੀਂ ਉਹਨਾਂ ਨੂੰ ਵੀ ਆਪਾਂ ਇੰਪੋਰਟੈਂਸ ਦੇ ਪਾਵਾਂਗੇ। ਠੀਕ ਹੈ, ਜਿਹੜੇ ਜਿਨ੍ਹਾਂ ਖੇਤਰਾਂ ਵਿੱਚ ਉਹਨਾਂ ਲੈਂਗੁਏਜ ਬਾਰੇ ਉਹਨਾਂ ਲੈਂਗੁਏਜਸ ਵਿੱਚ ਹੀ ਗੱਲ ਹੁੰਦੀ ਹੈ। ਸਾਊਥ ਵਿੱਚ ਤਾਂ ਕਾਫੀ ਸਿਸਟਮ ਹੈ, ਆਪਣੇ ਸੈਂਟਰਲ ਇੰਡੀਆ ਵਿੱਚ ਤਾਂ ਹਿੰਦੀ ਵਿੱਚ ਹੀ ਗੱਲ ਹੁੰਦੀ ਹੈ। ਡਨ, ਓਕੇ। ਸੋ ਅੱਜ ਤੱਕ ਆਪਾਂ ਇੰਨਾ ਹੀ ਕਰਾਂਗੇ। ਡਨ, ਅਤੇ ਇਹ ਆਪਾਂ ਗੱਲ ਕੀਤੀ ਇਸ ਵਿੱਚ। ਹੁਣ ਤੁਸੀਂ ਤੀਜਾ ਹੋਮਵਰਕ ਕੀ ਹੈ ਤੁਹਾਡਾ, ਤੁਸੀਂ ਇਹ ਪੜ੍ਹ ਕੇ ਆਉਣਾ ਜਿਹੜਾ ਆਪਣਾ এনवायरमेंट ਇੰਪੈਕਟ ਅਸੈਸਮੈਂਟ ਹੈ। ਠੀਕ ਹੈ, ਇਹਦੀ ਹਿਸਟਰੀ ਕੀ ਹੈ, ਇਹ ਕਦੋਂ ਤੋਂ ਸਟਾਰਟ ਹੋਇਆ ਪਿਆ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਡਨ, ਉਸ ਤੋਂ ਇਲਾਵਾ ਹੁਣ ਜੋ ਵੀ ਤੁਹਾਨੂੰ ਅੱਜ ਪੜ੍ਹਾਇਆ ਇਹਦੀ ਰਿਵੀਜ਼ਨ ਕਰਨੀ ਬਹੁਤ ਜ਼ਰੂਰੀ ਹੈ। ਰਿਵੀਜ਼ਨ ਜੋ ਮਤਲਬ ਕਿ ਜੋ ਵੀ ਤੁਹਾਨੂੰ ਮੈਂ ਡਾਟਾ ਦਿੱਤਾ ਇਸਦੇ ਤੁਸੀਂ ਨੋਟਸ ਬਣਾਉਣੇ ਨੇ। ਨੋਟਸ ਸਮਝ ਰਹੇ ਹੋ ਨਾ ਕਿ ਸ਼ੋਰਟ ਫਾਰਮ 'ਚ ਤੁਹਾਨੂੰ ਨੋਟਸ ਬਣਾਉਣੇ ਨੇ। ਮੈਂ ਤੁਹਾਨੂੰ ਇਹਦਾ PDF ਦੇ ਦਾਂਗਾ, ਕੋਈ ਚੱਕਰ ਨਹੀਂ ਹੈ। PDFs ਕਿੱਥੇ ਤੱਕ ਇਕੱਠੇ ਕਰਦੇ ਰਹੋਗੇ, ਹਰ ਇੱਕ ਥਾਂ 'ਤੇ ਇਕੱਠੇ ਨਹੀਂ ਹੋਣੇ। ਤੁਸੀਂ ਕਹੋ ਕਿ ਮੈਂ PDF ਇਕੱਠੇ ਕਰੀ ਜਾਵਾਂ, ਪੇਜਸ ਬਣਾਈ ਜਾਵਾਂ, ਨੋਟ ਇੱਕੋ ਕਾਪੀ ਚੱਕੋ, ਇੱਕ ਮੋਟੀ ਕਾਪੀ ਲਾ ਲਓ। ਡਨ, ਉਸ ਵਿੱਚ ਨੋਟਸ ਬਣਾਓ। ਜੋ ਚੀਜ਼ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਉਹੀ ਲਿਖਣੀ ਹੈ। ਤੁਹਾਨੂੰ ਕੀ ਕਰਨਾ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਇਸ ਵਿੱਚ ਤੁਹਾਨੂੰ ਜਿਵੇਂ ਸਪੋਜ਼ ਕਰੋ ਇਹ ਇੱਕ ਆਪਣਾ ਇਸ਼ੂ ਸੀ, ਇਹ ਆਪਣਾ ਇੱਕ ਇਸ਼ੂ ਸੀ। ਠੀਕ ਹੈ, ਇਸ ਵਿੱਚ ਤੁਹਾਨੂੰ ਇਹ ਚੀਜ਼ ਲਿਖਣ ਦੀ ਲੋੜ ਨਹੀਂ ਹੈ, ਤੁਹਾਨੂੰ ਸਿਰਫ ਓਫੀਸ਼ੀਅਲ ਲੈਂਗੁਏਜ ਐਕਟ ਲਿਖਣ ਦੀ ਲੋੜ ਹੈ, ਇਹ ਲੈਂਗੁਏਜ ਬਾਰੇ ਲਿਖਣ ਦੀ ਲੋੜ ਹੈ, ਇਸ 22 ਲੈਂਗੁਏਜਸ ਇਹ ਬਾਰੇ ਲਿਖਣ ਦੀ ਲੋੜ ਹੈ। ਅਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ এনवायरमेंट ਇੰਪੈਕਟ ਅਸੈਸਮੈਂਟ ਕੀ ਹੈ। ਓਕੇ, ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਉਵੇਂ ਹੀ ਕਰਨਾ। ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ, ਸ਼ੌਰਯ ਚੱਕਰ, ਵੀਰ ਚੱਕਰ, ਮਹਾਵੀਰ ਚੱਕਰ। ਡਨ, ਇਹ ਚੀਜ਼ ਲਿਖਣ ਦੀ ਲੋੜ ਨਹੀਂ ਹੈ। ਠੀਕ ਹੈ, ਇਹ ਚੀਜ਼ ਲਿਖਣ ਦੀ ਲੋੜ ਨਹੀਂ ਹੈ। ਸੋ ਤੁਹਾਨੂੰ ਅਵਾਰਡਸ ਬਾਰੇ ਪਤਾ ਹੋਣਾ ਚਾਹੀਦਾ, ਅਵਾਰਡਸ ਬਾਰੇ ਲਿਖੋ, ਉਹਨਾਂ ਦੇ ਪੁਆਇੰਟਸ ਬਣਾਓ। ਇਹਦਾ ਇੱਕ ਮੈਂ ਰੈਫਰੈਂਸ ਲਿੱਤਾ, ਮਤਲਬ ਕਿ ਕਿਸੇ ਟੌਪਿਕ ਨੂੰ ਮੈਂ ਉਹਦੀ ਬੈਕਗਰਾਊਂਡ ਜਾਣ ਲਈ ਇੱਕ ਰੈਫਰੈਂਸ ਲਿੱਤਾ ਮੈਨੂੰ, ਸਮਝ ਗਏ ਨਾ। ਸੋ ਬਾਕੀ ਜਿਹੜੇ ਸਟੇਟ ਐਗਜ਼ਾਮ ਜਿਵੇਂ PCS ਅਤੇ UPS ਤੋਂ ਇਲਾਵਾ ਬਾਕੀ ਜਿਹੜੇ ਬੱਚੇ ਨੇ ਉਹ ਕੀ ਕਰ ਸਕਦੇ ਨੇ, ਉਹ ਇਸ ਦੀ ਨੌਲੇਜ ਲੈ ਸਕਦੇ ਨੇ, ਉਹ ਵੀ ਨੋਟਸ ਬਣਾ ਸਕਦੇ ਨੇ, ਕੋਈ ਚੱਕਰ ਨਹੀਂ। ਮਗਰ ਮੈਂ ਜ਼ਿਆਦਾ ਕਿੰਨਾ ਬੱਚਿਆਂ ਨੂੰ ਕਹਿ ਰਿਹਾ ਜਿਹੜੇ UPSC PCS ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਮੈਂ ਉਹਨਾਂ ਲਈ ਮਿਹਨਤ ਕਰ ਰਿਹਾ, ਉਹਨਾਂ ਲਈ ਲੈਕਚਰ ਸੀਰੀਜ਼ ਲੈ ਕੇ ਆ ਰਿਹਾ। ਡਨ, ਸੋ ਥੈਂਕ ਯੂ ਵੈਰੀ ਮਚ, ਟੇਕ ਕੇਅਰ।